ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਰਜਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਸ਼੍ਰੀ ਹਰਿ ਗੋਬਿੰਦ ਸੁਮਤਿ ਪਰਗਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਮੰਦੋ ਬਾਰ ਬਾਰ ਜਗ ਏਕ ਓੰਕਾਰਾ ਸਤਿਗੁਰੂ ਸਾਧ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਹਮ ਜਬ ਗਏ ਨਿਕਟ ਇੱਕ ਬਾਰੀ ਸਭ ਕੋ ਸਿੱਖਿਆ ਹਿਤ ਉਚਾਰੀ। ਤੁਮ ਵੀ ਸਿੰਘ ਬਨੋ ਸੁਖ ਪਾਹੋ ਰਾਜ ਸਮਾਜ ਸਖਲ ਬਿਰਤਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪ ਜੀ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਪਹਾੜੀਏ ਰਾਜੇ ਭੀਮ ਚੰਦ ਵਰਗੇ ਇਕੱਠੇ ਹੋ ਕਰਕੇ ਰਾਜੇ ਔਰੰਗਜ਼ੇਬ ਦੇ ਕੋਲ ਜਾਂਦੇ ਆ, ਜੋ ਕਿ ਉਸ ਵੇਲੇ ਦੱਖਣ ਦੀ ਮੁਹਿੰਮ 'ਤੇ ਚੜ੍ਹਿਆ ਹੋਇਆ ਸੀ। ਜਿੱਥੇ ਉਹ ਗੋਲਕੁੰਡੇ ਕੋਲ ਉਤਰਿਆ ਸੀ ਉੱਥੇ ਪਹੁੰਚਦੇ ਆ ਅਤੇ ਫਿਰ ਸਾਰੀ ਗੱਲ ਦੱਸਦੇ ਹਨ ਕਿ ਰਾਜਾ ਸਾਹਿਬ, ਸਾਡੇ ਪਹਾੜੀ ਇਲਾਕੇ ਵਿੱਚ ਜੋ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਹੈ, ਉਸਨੇ ਬੜੀ ਤਰਥੱਲੀ ਮਚਾਈ ਹੋਈ ਹੈ, ਬੜੀਆਂ ਲੜਾਈਆਂ ਰੱਖਦਾ ਹੈ, ਬੜੀਆਂ ਫੌਜਾਂ ਇਕੱਠੀਆਂ ਕਰ ਰਿਹਾ ਹੈ। ਤੁਸੀਂ ਉਹਨਾਂ 'ਤੇ ਕਾਬੂ ਪਾਓ, ਨਹੀਂ ਤਾਂ ਤੁਹਾਡੇ ਤਖਤ ਨੂੰ ਵੀ ਖਤਰਾ ਹੈ। ਉਹ ਤਾਂ ਸਾਨੂੰ ਵੀ ਕਹਿੰਦਾ ਸੀ ਸਿੰਘ ਬਣ ਜਾਓ, ਪਰ ਅਸੀਂ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਸਾਡਾ ਤਾਂ ਰਾਜਾ ਔਰੰਗਜ਼ੇਬ ਹੈ, ਅਸੀਂ ਤਾਂ ਉਹਦੇ ਮੁਤਾਬਕ ਚੱਲਾਂਗੇ। ਇੱਦਾਂ ਦੀਆਂ ਹੋਰ ਕਾਫੀ ਗੱਲਾਂ ਔਰੰਗਜ਼ੇਬ ਦੇ ਨਾਲ ਇਹ ਕਰਦੇ ਹਨ। ਭਾਵ ਇਹਨਾਂ ਦਾ ਮਕਸਦ ਹੈ ਕਿ ਰਾਜੇ ਔਰੰਗਜ਼ੇਬ ਨੂੰ ਭੜਕਾਉਣਾ ਅਤੇ ਭੜਕਾ ਕਰਕੇ ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਖਿਲਾਫ ਕਰਨਾ। ਕੀ ਕਹਿ ਰਹੇ ਹਨ ਇਹ ਆਪਾਂ ਵਿਚਾਰਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹਮ ਜਬ ਗਏ ਨਿਕਟ ਇੱਕ ਬਾਰੀ ਸਭ ਕੋ ਸਿੱਖਿਆ ਹਿਤ ਉਚਾਰੀ। ਇਹ ਰਾਜਾ ਭੀਮ ਚੰਦ ਕਹਿਣ ਲੱਗਿਆ, ਅਸੀਂ ਜਦ ਉਹਨਾਂ ਦੇ ਕੋਲ ਗਏ ਇੱਕ ਵਾਰੀ ਮਿਲਣ ਵਾਸਤੇ, ਉਹ ਸਾਨੂੰ ਕਹਿੰਦੇ ਤੁਮ ਵੀ ਸਿੰਘ ਬਨੋ ਸਿੱਖ ਪਾਹੋ ਰਾਜ ਸਮਾਜ ਸਕਲ ਬਿਰਤਾਓ। ਉਹਨਾਂ ਨੇ ਤਾਂ ਰੁਕਣਾ ਕੀ ਆ, ਸਾਨੂੰ ਕਹਿੰਦੇ ਤੁਸੀਂ ਵੀ ਸਿੰਘ ਬਣ ਜਾਓ। ਵੈਸੇ ਗੁਰੂ ਸਾਹਿਬ ਨੇ ਉਹਨਾਂ ਦੇ ਭਲੇ ਦੀ ਗੱਲ ਹੀ ਕੀਤੀ ਹੈ ਨਾ, ਪਰ ਉੱਥੇ ਇਹ ਉਲਟਾ ਕੇ ਲਾਉਂਦੇ ਹਨ ਵੀ ਉਹ ਸਾਰਿਆਂ ਨੂੰ ਸਿੱਖ ਬਣਾਈ ਜਾਂਦੇ ਹਨ। ਸਾਨੂੰ ਵੀ ਕਹਿੰਦੇ ਸੀ ਤੁਸੀਂ ਸਿੰਘ ਬਣ ਜਾਓ,
ਤੁਹਾਨੂੰ ਮੈਂ ਦੂਰ ਤੱਕ ਦਾ ਪੱਕਾ ਹੀ ਰਾਜਾ ਬਣਾ ਦਿਆਂਗਾ। ਦੀਦੀ ਨਾਥ ਸਾਥ ਹਮਦ ਵੈਸ਼ ਤੈ ਸੰਗ ਕਰੀ ਹੈ ਜੰਗ ਵਿਸ਼ੇਸ਼। ਔਰ ਸਾਨੂੰ ਕਹਿੰਦੇ ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ, ਸਾਡਾ ਤਾਂ ਦਿੱਲੀ ਦੇ ਰਾਜੇ ਔਰੰਗਜ਼ੇਬ ਨਾਲ ਝਗੜਾ ਹੈ, ਮੇਰੇ ਨਾਲ ਰਲ ਕੇ ਤੁਸੀਂ ਉਹਦੇ ਨਾਲ ਜੰਗ ਕਰੋ। ਦੇਤ ਪਿਤਾ ਕਾ ਬੈਰ ਮਹਾਨਾ ਕਰੋ ਖਪਾਵਨ ਮੈਂ ਦੁਰਕਾਨਾ। ਔਰ ਮੈਂ ਜਿਹੜਾ ਹੈ ਆਪਣੇ ਪਿਤਾ ਜੋ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਹੈ, ਉਹਦਾ ਬਦਲਾ ਲੈਣਾ ਹੈ ਤੇ ਇਹਨਾਂ ਤੁਰਕਾਂ ਦਾ ਖਾਤਮਾ ਕਰਨਾ ਹੈ। ਰਾਬਰੇ ਨਾਮ ਗੁਰੂ ਜਪਦੇ ਹੋ ਸੁਨ ਹਮ ਸਕਲ ਤਰਾਸ ਮਨ ਹਿਓ। ਔਰ ਜਦੋਂ ਉਹਨਾਂ ਨੇ ਸਾਨੂੰ ਇਹ ਕਿਹਾ ਨਾ ਕਿ ਤੁਸੀਂ ਵੀ ਸਿੰਘ ਬਣ ਜਾਓ, ਤੁਹਾਨੂੰ ਪੱਕੇ ਰਾਜ ਦੇ ਦਿਆਂਗੇ, ਅਸੀਂ ਤਾਂ ਜੀ ਤੁਹਾਡਾ ਨਾਮ ਲਿਆ ਉਹਨਾਂ ਦੇ ਕੋਲੇ। ਜਿਵੇਂ ਕੋਈ ਕਿਸੇ ਬੰਦੇ ਨੂੰ ਕੋਲ ਬੈਠ ਕੇ ਉਹਦੀ ਬੜੀ ਸਿਫਤ ਕਰਦਾ ਹੀ ਸਾਡੇ ਤੁਸੀਂ ਮਾਈ ਬਾਪ ਹੋ, ਤਾਂ ਇਸ ਤਰ੍ਹਾਂ ਕਹਿੰਦੇ ਅਸੀਂ ਤਾਂ ਤੁਹਾਡਾ ਨਾਮ ਲਿਆ ਵੀ ਨਹੀਂ ਨਹੀਂ, ਸਾਡਾ ਤਾਂ ਰਾਜਾ ਔਰੰਗਜ਼ੇਬ ਹੈ। ਤੇਜ ਬਾਬ ਤਬ ਨਾਹਿਨ ਮਾਨੇ ਹਜ਼ਰਤ ਕੋ ਨਿਜ ਖਾਵਤ ਜਾਣੇ। ਅਸੀਂ ਕਹਿ ਦਿੱਤਾ ਵੀ ਨਹੀਂ, ਅਸੀਂ ਨਹੀਂ ਤੁਹਾਡੀ ਗੱਲ ਮੰਨਣੀ, ਅਸੀਂ ਤੁਹਾਡੇ ਸਿੱਖ ਨਹੀਂ ਬਣਨੇ, ਨਾ ਅਸੀਂ ਸਿੰਘ ਬਣੀਏ ਨਾ ਅੰਮ੍ਰਿਤ ਛਕੀਏ। ਪਾਤਸ਼ਾਹ ਨੇ ਕਿਹਾ ਸੀ ਇਹਨਾਂ ਨੂੰ ਵੀ ਤੁਸੀਂ ਅੰਮ੍ਰਿਤ ਛਕ ਲਓ, ਗੁਰੂ ਕੇ ਸਿੰਘ ਸਾਜੋ, ਪਰ ਇਹਨਾਂ ਵਿੱਚ ਵੀ ਉਹ ਜਾਤ ਪਾਤ ਵਾਲੀ ਫਾਂਸੀ ਗਲ ਵਿੱਚ ਫਸੀ ਹੋਈ ਸੀ। ਕਿੱਲਾ ਗੱਢਿਆ ਹੋਇਆ ਸੀਗਾ ਵੀ ਅਸੀਂ ਬ੍ਰਾਹਮਣ ਹਾਂ, ਇਹ ਪਹਾੜੀਏ ਸਾਰੇ ਆਪਣੇ ਆਪ ਨੂੰ ਬ੍ਰਾਹਮਣ ਕਹਾਉਂਦੇ ਆ, ਭਾਵ ਉੱਚੀ ਜਾਤੀ ਵਾਲੇ। ਇਹ ਕਹਿੰਦੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਵੀ ਅੰਮ੍ਰਿਤ ਛਕ ਲਓ, ਤੁਹਾਨੂੰ ਪੱਕੇ ਹੀ ਰਾਜੇ ਬਣਾ ਦਿਆਂਗੇ ਇਹਨਾਂ ਇਲਾਕਿਆਂ ਦੇ। ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲਵਾਂਗੇ, ਪਰ ਸਾਨੂੰ ਕੱਲਿਆਂ ਨੂੰ ਛਕਾ ਦਿਓ ਅਲੱਗ, ਅਸੀਂ ਆਹ ਜਾਤ ਪਾਤ ਜਿਹੜੇ ਨਿੱਕੇ ਮੋਟੇ ਜਿਹੇ ਹੈ ਨਾ ਸ਼ੂਦਰ ਖੱਤਰੀ, ਇਹਨਾਂ ਦੇ ਵਿੱਚ ਨਹੀਂ ਛਕਣਾ। ਅੰਮ੍ਰਿਤ ਤਿਆਰ ਕਰ ਲਓ, ਸਾਨੂੰ ਕੱਲਿਆਂ ਨੂੰ ਲੈਣ ਲਾ ਕੇ ਛਕਾ ਦਿਓ, ਬਣ ਜਾਵਾਂਗੇ ਸਿੰਘ। ਪਾਤਸ਼ਾਹ ਕਹਿੰਦੇ ਇਹੀ ਤਾਂ ਅੜੀ ਕੱਢਣੀ ਹੈ ਤੁਹਾਡੀ ਸਭ ਦੀ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ ਕਰਤਾ ਕਰੀਮ ਸੋਈ ਰਾਜ ਕਰ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਪਰ ਮਾਨਵੋ। ਇਹੀ ਤਾਂ ਗੱਲ ਕੱਢਣੀ ਹੈ ਵਿੱਚੋਂ, ਕੱਲਿਆਂ ਨੂੰ ਅਸੀਂ ਅੰਮ੍ਰਿਤ ਨਹੀਂ ਛਕਾਉਣਾਗਾ, ਫਿਰ ਤਾਂ ਅੰਮ੍ਰਿਤ ਵੀ ਸਾਡਾ ਫਟ ਜਾਵੇਗਾ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਵੀ ਇੱਦਾਂ ਅੰਮ੍ਰਿਤ ਨਹੀਂ ਛਕਾਇਆ ਜਾਂਦਾ। ਅੰਮ੍ਰਿਤ ਛਕਾਉਣ ਦਾ ਮਕਸਦ ਹੀ ਸਭ ਨੂੰ ਇੱਕ ਪਰਮੇਸ਼ਰ ਦੇ ਪੁੱਤਰ ਬਣਾਉਣ ਦਾ ਹੈ, ਪਰ ਤੁਸੀਂ ਅਲੱਗ ਹੋਣਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਹੈ, ਫਿਰ ਆਪਣੀ ਕੀਤੀ ਪਾਓਗੇ। ਤਾਂ ਉਹ ਗੱਲ ਚਿਤਾਰਦੇ ਆ ਕਿ ਸਾਨੂੰ ਵੀ ਕਹਿੰਦੇ ਸਿੰਘ ਬਣ ਜਾਓ, ਪਰ ਅਸੀਂ ਤੁਹਾਡਾ ਨਾਮ ਲੈ ਕੇ ਜਵਾਬ ਦੇ ਦਿੱਤਾ ਜੀ। ਛੱਡ ਕਰ ਗਏ ਆਪਣੇ ਡੇਰੇ ਹਮ ਤੇ ਪਿੱਛੇ ਸਿੰਘ ਕਨੇਰੇ। ਔਰ ਅਸੀਂ ਉਹਨਾਂ ਨੂੰ ਜਵਾਬ ਦੇ ਕਰਕੇ ਆਪੋ ਆਪਣੇ ਰਾਜਾਂ ਨੂੰ ਚਲੇ ਗਏ। ਡੇਰੇ ਦਾ ਮਤਲਬ ਹੈ ਆਪਣੇ ਘਰਾਂ ਨੂੰ, ਅਸੀਂ ਆਪਣੇ ਘਰਾਂ ਨੂੰ ਚਲੇ ਗਏ ਮਹਾਰਾਜ। ਉਸ ਤੋਂ ਬਾਅਦ ਤਾਂ ਉਹਨਾਂ ਦੇ ਕੋਲ ਸਾਰੇ ਪਾਸਿਆਂ ਤੋਂ ਜਿੱਥੋਂ ਤੱਕ ਬਾਬੇ ਨਾਨਕ ਦੇ ਚਰਨ ਪਏ ਹਨ, ਬੜੇ ਸਿੱਖ ਆ ਕੇ ਇਕੱਠੇ ਹੋ ਰਹੇ ਹਨ ਔਰ ਸਿੰਘ ਬਣਦੇ ਜਾ ਰਹੇ ਹਨ। ਸਾਧੂ ਬਰਨ ਕਰੇ ਇੱਕ ਥਾਈ ਇਕੱਠੇ ਭੋਜਨ ਸਭਨ ਖਵਾਏ। ਔਰ ਹੁਣ ਉਹ ਤਾਂ ਐਸਾ ਕੰਮ ਕਰ ਰਿਹਾ ਹੈ ਕਿ ਚਾਰਾਂ ਵਰਨਾਂ ਨੂੰ ਇਕੱਠੇ ਕਰ ਦਿੱਤਾ। ਇਹਨਾਂ ਦਾ ਮਕਸਦ ਹੈ ਪਾੜੋ ਤੇ ਰਾਜ ਕਰੋ। ਇਹ ਅੱਜ ਦਾ ਨਹੀਂਗਾ, ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦਾ ਹੀ ਇਹਨਾਂ ਆ ਕੇ ਆਰੀਅਨ ਬ੍ਰਾਹਮਣਾਂ ਨੇ ਸਾਡੇ ਦੇਸ਼ ਨੂੰ ਪਾੜਿਆ, ਭਾਰਤ ਵਾਸੀਆਂ ਨੂੰ ਪਾੜਿਆ। ਰਾਵਣ ਵੀ ਇੱਥੋਂ ਦਾ ਆਦੀਵਾਸੀ ਰਾਜਾ ਸੀ, ਬਲ ਰਾਜਾ ਵੀ ਇੱਥੋਂ ਦਾ ਆਦੀਵਾਸੀ ਸੀਗਾ। ਗੁਰੂ ਪਿਆਰਿਓ, ਜਿਸ ਤਰ੍ਹਾਂ ਹੁਣ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਵੀ ਉਹ ਇੱਕ ਰਾਮਚੰਦਰ ਦੀ ਇਸਤਰੀ ਸੀਤਾ ਨੂੰ ਚੱਕ ਕੇ ਲੈ ਗਿਆ ਤਾਂ ਤੇ ਉਹਦੇ ਪੁਤਲੇ ਫੂਕੋ, ਤੇ ਫਿਰ ਇੰਦਰ ਦਾ ਪੁਤਲਾ ਕਿਉਂ ਨਹੀਂ ਫੂਕਿਆ ਜਾਂਦਾ? ਸਿਪਾਹੀ ਸਾਰੇ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ, ਸਾਡੀ ਬਾਣੀ 'ਚ ਲਿਖਿਆ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿ ਸ੍ਰੀ ਚੇਨ ਪਗ ਹੋਏ ਤਾਮਣ ਪਛੋਤਾਇਆ। ਫਿਰ ਇੰਦਰ ਦੇਵਤੇ ਦਾ ਵੀ ਪੁਤਲਾ ਫੂਕਣਾ ਚਾਹੀਦਾ, ਉਹਨੇ ਵੀ ਕਿਸੇ ਦੀ ਇਸਤਰੀ ਦੀ ਬੇਅਦਬੀ ਕੀਤੀ ਆ। ਕੋ ਸਤਨਾਮ ਭਾਵ ਮੈਂ ਉਹਨਾਂ ਦੇ ਹੀ ਵੇਦਾਂ ਗ੍ਰੰਥਾਂ 'ਚੋਂ ਕਿੰਨੀਆਂ ਇਸਤਰੀਆਂ ਦੇ ਕਿੰਨੇ ਮਨੁੱਖਾਂ ਦੇ ਨਾਮ ਲੈ ਕੇ ਦੱਸਾਂ ਜਿਨ੍ਹਾਂ ਨੇ ਦੂਜਿਆਂ ਦੀਆਂ ਇਸਤਰੀਆਂ ਦੀ ਬੇਅਦਬੀ ਕੀਤੀ ਆ। ਉਹਨਾਂ ਸਾਰਿਆਂ ਦੇ ਪੁਤਲੇ ਕਿਉਂ ਨਹੀਂ ਫੂਕੇ ਜਾਂਦੇ? ਭਾਵ ਉਹਨਾਂ ਆਰੀਅਨ ਲੋਕਾਂ ਨੇ ਇੱਥੋਂ ਦੇ ਰਾਜਿਆਂ ਨੂੰ ਖਤਮ ਕੀਤਾ। ਰਾਜੇ ਰਾਵਣ ਨੂੰ, ਬਲ ਰਾਜੇ ਨੂੰ, ਹੋਰ ਕਿਤਨੇ ਹੀ ਰਾਜਿਆਂ ਨੂੰ ਖਤਮ ਕੀਤਾ। ਔਰ ਲੋਕਾਂ ਦੇ ਵਿੱਚ ਇੱਥੋਂ ਦੇ ਆਦੀਵਾਸੀ, ਇੱਥੋਂ ਦੇ ਪੱਕੇ, ਇੱਥੋਂ ਦੇ ਜੰਮਣ ਵਾਲਿਆਂ ਦੇ, ਇੱਥੋਂ ਦੇ ਰਾਜ ਕਰਨ ਵਾਲੇ ਪੁਰਾਣਿਆਂ ਦੇ ਪ੍ਰਤੀ ਨਫ਼ਰਤ ਭਰਨ ਦੇ ਵਾਸਤੇ ਉਹਨਾਂ ਨੇ ਪੁਤਲੇ ਫੂਕਣ ਦਾ ਸਿਸਟਮ ਸ਼ੁਰੂ ਕਰਤਾ ਵੀ ਹਰ ਸਾਲ ਹੀ ਫੂਕਿਆ ਕਰੋ ਪੁਤਲਾ। ਇਹ ਰਾਵਣ ਨੇ ਰਾਮਚੰਦਰ ਦੀ ਇਸਤਰੀ ਚੱਕੀ ਆ। ਕਹੋ ਸਤਨਾਮ।
ਉਹ ਰਾਵਣ ਤਾਂ ਬਹੁਤਿਆਂ ਨਾਲੋਂ 100% ਚੰਗਾ ਸੀਗਾ, ਜਿਹਨੇ ਕਿ ਉਸ ਸੀਤਾ ਨੂੰ ਹੱਥ ਵੀ ਨਹੀਂ ਲਾਇਆ। ਜਿੰਨੇ ਵੀ ਮਹੀਨੇ ਉੱਥੇ ਰਹੀ, ਕਹਿੰਦੇ ਉਸ ਨੂੰ ਪਾਸੇ ਅਲੱਗ ਬਾਟਕਾ ਵਿੱਚ ਇੱਕ ਬਾਗ ਵਿੱਚ ਰੱਖਿਆ, ਪਰ ਮਨੋਬਿਰਤੀਆਂ ਉੱਥੇ ਰੱਖੀਏ। ਅਸਲ ਵਿੱਚ ਇਹ ਆਰੀਅਨ ਬ੍ਰਾਹਮਣ ਇੱਦਾਂ ਦੇ ਸੀਗੇ, ਪਾੜੋ ਤੇ ਰਾਜ ਕਰੋ। ਅੱਜ ਤੱਕ ਇਹ ਸਾਨੂੰ ਜਨਤਾ ਨੂੰ ਪਾੜ ਕੇ ਰਾਜ ਕਰਦੇ ਆ ਰਹੇ। ਆਪਾਂ ਫਟ ਜਾਂਦੇ ਹਾਂ, ਅੱਧੇ ਕੌਧਰ ਹੋ ਗਏ, ਅੱਧੇ ਕੌਧਰ ਹੋ ਗਏ, ਸਾਡੀ ਸ਼ਕਤੀ ਘਟ ਜਾਂਦੀ ਹੈ। ਅਤੇ ਇਹ ਲੋਕ ਜਿਹੜੇ ਹਨ ਚਲਾਕੀ ਦੇ ਨਾਲ ਸਾਡੇ 'ਤੇ ਰਾਜ ਕਰਦੇ ਆ ਰਹੇ ਹੈ। ਅੱਜ ਦੀ ਗੱਲ ਨਹੀਂ, ਪੁਰਾਤਨੀ ਹੈ। ਤਾਂ ਇਹ ਕਹਿੰਦੇ ਅਸੀਂ ਫਿਰ ਉਹਨਾਂ ਨੂੰ ਛੱਡ ਕੇ ਆ ਗਏ ਜੀ। ਹੁਣ ਤਾਂ ਉਹਨਾਂ ਨੇ ਚਾਰੇ ਵਰਨ ਇਕੱਠੇ ਕਰਤੇ। ਇਹ ਗੱਲ ਇਹਨਾਂ ਨੂੰ ਚੁਭਦੀ ਆ। ਤੀਜੇ ਪਾਤਸ਼ਾਹ 'ਤੇ ਵੀ ਤਾਈਓ ਕੇਸ ਕੀਤਾ ਸੀਗਾ ਲਾਹੌਰ ਦੇ ਵਿੱਚ, ਬਈ ਤੀਜੇ ਪਾਤਸ਼ਾਹ ਨੇ ਸਾਰਿਆਂ ਨੂੰ ਇਹ ਹੁਕਮ ਦੇਤਾ, ਇਕੱਠੇ ਬੌਲੀ ਵਿੱਚ ਨਹਾਓ, ਕੋਈ ਸ਼ੂਦਰਪੁਣਾ ਨਹੀਂ, ਕੋਈ ਜਾਤ ਪਾਤ ਨਹੀਂ, ਸਾਰੇ ਪਰਮੇਸ਼ਰ ਦੇ ਪੁੱਤਰ ਹਾਂ। ਇਕੱਠੇ ਲੰਗਰ ਛਕੋ, ਲੰਗਰ ਵਿੱਚ ਬਹਿ ਕੇ ਮੈਂ ਵੀ ਤੁਹਾਡੇ ਵਿੱਚ ਬੈਠੂੰਗਾ। ਗੁਰੂ ਅਮਰਦਾਸ ਜੀ ਵਿੱਚ ਬੈਠ ਕੇ ਲੰਗਰ ਛਕਦੇ ਰਹੇ ਆ ਸੰਗਤ ਦੇ। ਔਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਵਾਤਾਵਰਨ ਜੋ ਸਭ ਨੂੰ ਪਿਆਰ ਕਰਨ ਵਾਲੇ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਕਹਿੰਦੇ ਜੀ ਉਹ ਤਾਂ ਚਾਰਾਂ ਵਰਨਾਂ ਨੂੰ ਇਕੱਠੇ ਕਰਕੇ ਰੋਟੀ ਛਕਾਉਂਦੇ ਆ, ਭੋਜਨ ਛਕਾਉਂਦੇ ਆ। ਉਹਨਾਂ ਨੇ ਸਾਰੇ ਜਾਤ ਪਾਤ ਖਤਮ ਕਰ ਦਿੱਤੇ ਹੈ। ਸੋ ਕਹੇ ਗਉ ਹਥਿਆਰੰਗ ਸਦਾ ਜੁਦ ਸਨ ਧਰਿਏ ਪਿਆਰੰ। ਔਰ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਉਂਦੇ ਨੇ, ਜਿਨ੍ਹਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਆ, ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ, ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਬੜਾ ਪਿਆਰ ਕਰਦਾ ਅਤੇ ਉਹਨਾਂ ਨੂੰ ਕਹਿੰਦੇ ਸ਼ਸਤਰ ਚੱਕੋ, ਮੇਰੇ ਨਾਲ ਚੱਲੋ, ਯੁੱਧ ਨੂੰ ਹਮੇਸ਼ਾ ਪਿਆਰ ਕਰੋ। ਪਾਤਸ਼ਾਹ ਦਾ ਬਚਨ ਹੈ ਨਾ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬੂ ਨਾ ਟਰੋ ਨਾ ਡਰੋ, ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ। ਇਹ ਲਾਲਚ ਹੋ ਗੁਣ ਤਉ ਉਚਰੋ, ਜਬ ਆਪ ਕੀ ਔਦ ਨਿਧਾਨ ਬਣੈ, ਅਤ ਹੀ ਰਣ ਮੈਂ ਜੂਝ ਮਰੋ। ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਭਵਨਾਵ ਚੜ੍ਹੈ ਭਵ ਸਾਗਰ ਤਾਰੈ। ਨਾਮ ਜਪਣ ਦੀ ਕਿਸ਼ਤੀ ਚੜ੍ਹ ਕੇ ਸੰਸਾਰ ਸਮੁੰਦਰ 'ਚੋਂ ਨਿਕਲੀਏ। ਮੁੱਖ ਦੇ ਵਿੱਚ ਪਰਮੇਸ਼ਰ ਦਾ ਨਾਮ ਅਤੇ ਹੱਥ ਵਿੱਚ ਸ਼ਸਤਰ ਵੀ ਹੋਣਾ ਚਾਹੀਦਾ, ਕਿਉਂਕਿ ਮਾਲਾ ਨੂੰ ਫੇਰਨ ਨਹੀਂ ਸੀ ਦਿੰਦੇ ਹੱਥ ਨਾਲ। ਜਿਸ ਵੇਲੇ ਰਿਸ਼ੀਆਂ ਮੁਨੀਆਂ ਨੂੰ ਮਾਰਿਆ ਜਾਣ ਲੱਗਿਆ, ਔਰੰਗਜ਼ੇਬ ਨੇ ਵੀ ਕਿਤਨੇ ਰਿਸ਼ੀ ਮੁਨੀ ਮਾਰੇ ਆ। ਉਸ ਤੋਂ ਪਹਿਲਾਂ ਵਾਲੇ ਰਾਜਿਆਂ ਨੇ ਵੀ ਨਾਮ ਜਪਣ ਵਾਲੇ ਰਿਸ਼ੀਆਂ ਮੁਨੀਆਂ ਨੂੰ ਮਾਰਿਆ। ਤਾਂ ਉਹਨਾਂ ਨੂੰ ਮਾਰਨ ਦਾ ਕਾਰਨ ਹੀ ਇਹ ਸੀ ਕਿ ਉਹਨਾਂ ਕੋਲ ਇਕੱਲੀ ਮਾਲਾ ਸੀ, ਉਹਨਾਂ ਨੇ ਸ਼ਸਤਰ ਛੱਡਤਾ ਸੀਗਾ। ਭਾਰਤ ਵਾਸੀਆਂ ਨੇ ਜਦੋਂ ਛਤਰੀਆਂ ਨੇ ਤਿਆਗ ਦਿੱਤਾ ਸ਼ਸਤਰ, ਤਾਂ ਫਿਰ ਹੀ ਦੂਜੇ ਦੇਸ਼ਾਂ ਦੇ ਵਿੱਚੋਂ ਆ ਕੇ ਲੋਕਾਂ ਨੇ ਇਸ ਭਾਰਤ ਉੱਤੇ ਰਾਜ ਕੀਤਾ। ਛਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਤਾਂ ਇਹਨਾਂ ਛਤਰੀਆਂ ਨੇ ਆਪਣਾ ਧਰਮ ਸ਼ਸਤਰ ਚਲਾਉਣਾ ਛੱਡ ਦਿੱਤਾ। ਤਾਂ ਗੁਰੂ ਪਿਆਰੋ ਅਨੇਕਾਂ ਅਬਦਾਲੀ ਵਰਗੇ ਰਾਜੇ ਆਏ ਅਤੇ ਸਾਡੇ ਇਸ ਭਾਰਤ ਉੱਤੇ ਰਾਜ ਕਰਕੇ ਗਏ, ਅਤੇ ਸਤਿਗੁਰਾਂ ਨੇ ਭਾਰਤ ਵਾਸੀਆਂ ਨੂੰ ਜ਼ੁਲਮ ਤੋਂ, ਗੁਲਾਮੀ ਤੋਂ ਨਿਜਾਤ ਦਿਵਾਉਣ ਵਾਸਤੇ ਇੱਕ ਨਵਾਂ ਪੰਥ ਰਚਿਆ, ਜਿਸ ਨੂੰ ਅਸੀਂ ਖਾਲਸਾ ਪੰਥ ਕਹਿੰਦੇ ਹਾਂ। ਤਾਂ ਇਹ ਕਹਿੰਦੇ ਮਹਾਰਾਜ ਉਹ ਤਾਂ ਸਾਰੇ ਸਿੱਖਾਂ ਨੂੰ ਕਹਿੰਦੇ ਹਥਿਆਰ ਚੱਕੋ, ਸ਼ਸਤਰ ਰੱਖੋ, ਯੁੱਧ ਨਾਲ ਪਿਆਰ ਕਰੋ। ਆਦਿਕ ਮਹਿਬਾਲਾ ਤੁਮਕੋ ਸਕਲ ਭਰੇਂਗੇ ਹਾਲਾ। ਹਾਂ, ਜੇ ਤੁਸੀਂ ਸ਼ਸਤਰ ਰੱਖੋਗੇ, ਤਿਆਰ ਪਰ ਤਿਆਰ ਰਹੋਗੇ, ਅਤੇ ਇਹ ਰਾਜੇ ਮਹਾਰਾਜੇ ਤਾਂ ਤੁਹਾਨੂੰ ਹਾਲਾ ਮਾਮਲਾ ਦੇਣਗੇ। ਪਰ ਜੇ ਸਾਡੇ ਅੰਦਰ ਕੋਈ ਘਾਟ ਆਈ ਹੈ ਤਾਂ ਇਸੇ ਕਰਕੇ ਕਿ ਸ਼ਸਤਰ ਛੱਡ ਦਿੱਤਾ ਹੈ, ਸ਼ਸਤਰ ਦਾ ਤਿਆਗ ਕਰ ਦਿੱਤਾ ਹੈ। ਖਾਲਸਾ ਜਿਹੜਾ ਨਿਹੰਗ ਸਿੰਘ ਫੌਜਾਂ ਹਮੇਸ਼ਾ ਸ਼ਸਤਰ ਰੱਖਦੀਆਂ, ਤਿਆਰ ਪਰ ਤਿਆਰ ਰਹਿੰਦੀਆਂ। ਸ਼ਸਤਰ ਬਸ ਹੱਥ ਵਿੱਚ ਹੀ ਹੋਵੇ ਤਾਂ ਵੀ ਦੁਸ਼ਮਣ ਝਾਕਦਾ ਨਹੀਂਗਾ। ਇਸ ਕਰਕੇ ਸ਼ਸਤਰ ਜਿਹੜਾ ਹੈ ਸਿੱਖ ਨੂੰ, ਸਿੰਘਾਂ ਨੂੰ ਸਤਿਗੁਰਾਂ ਨੇ ਹਮੇਸ਼ਾ ਰੱਖਣ ਦੀ ਹੁਕਮ ਦਿੱਤੀ। ਉਹਨਾਂ ਨੇ 52 ਹੁਕਮ ਪੜ੍ਹੋ ਕਿ ਮੇਰਾ ਸਿੱਖ ਕਦੇ ਵੀ ਸ਼ਸਤਰ ਦਾ ਤਿਆਗ ਨਾ ਕਰੇ। ਅਤੇ ਉਸ ਵੇਲੇ ਵੀ ਜਦੋਂ ਨਵੇਂ ਸਿੱਖ ਆ ਕੇ ਭਰਤੀ ਹੁੰਦੇ ਸੀ ਪਾਤਸ਼ਾਹ ਕੋਲ, ਅਤੇ ਸਭ ਨੂੰ ਕਹਿੰਦੇ ਸੀਗੇ ਵਰਸ਼ਾ, ਭਾਲਾ, ਤਲਵਾਰ ਆਦਿ ਕੋਈ ਨਾ ਕੋਈ ਸ਼ਸਤਰ ਸਿੰਘ ਦੇ ਕੋਲੇ ਹਮੇਸ਼ਾ ਹੋਣਾ ਚਾਹੀਏ। ਸਭਾ ਮਲੇਸ਼ਨ ਛਿਪ ਉਠਾਵੇ, ਲੂਟ ਕੂਟ ਕਨ ਤੁਰਕ ਖਪਾਵੇ। ਛਿਪਰ ਹੁੰਦਾ ਛੇਤੀ ਹੀ, ਅਸੀਂ ਛੇਤੀ ਹੀ ਇਹ ਮਲੇਸ਼ਾਂ ਦੀ ਜਿਹੜੀ ਸਭਾ ਉਠਾ ਦੇਣੀ ਹੈ, ਇਹਨਾਂ ਦੀ ਸਫਾ ਬਲੇਡ ਦੇਣੀ ਹੈ, ਇਹਨਾਂ ਦਾ ਬੋਰੀਆ ਬਿਸਤਰਾ ਇਕੱਠਾ ਕਰ ਦੇਣਾ, ਕੋਈ ਸਤਨਾਮ ਇਹਨਾਂ ਨੂੰ ਤੋੜ ਦੇਣਾ। ਇੱਥੋਂ ਮਲੇਸ਼ੀਆ ਨੂੰ ਲੁੱਟ ਕੁੱਟ ਕੇ ਇਹਨਾਂ ਜ਼ੁਲਮ ਦਾ ਰਾਜ ਹੈ ਜਿਹੜਾ ਮੁਗਲਾਂ ਦਾ, ਤੁਰਕਾਂ ਦਾ,
ਇਹਨੂੰ ਖਤਮ ਕਰਾਂਗੇ। ਪਿਤਾ ਮਾਤ ਅਸੀ ਤੁਝ ਅਸਕਾਲੀ ਪੰਥ ਸਹਾਇਕ ਨਿਤ ਰਖਵਾਲੀ। ਸਾਡਾ ਮਾਂ ਪਿਓ ਅਸ ਤੁਝ ਅਸ ਕਾਲੀ। ਇੱਥੇ ਅਸ ਕਾਲੀ ਦਾ ਮਤਲਬ ਹੈ ਤਲਵਾਰ, ਤੇ ਧੁਜ ਝੰਡਾ। ਸਾਡਾ ਉਹ ਜਿਹੜਾ ਪਿਤਾ ਹੈ ਸ਼ਸਤਰਾਂ ਦਾ ਤੇ ਝੰਡੇ ਦਾ ਮਾਲਕ। ਹਰ ਫੌਜ ਕੋਲੇ ਨਿਸ਼ਾਨ ਹੁੰਦਾ ਹੈ, ਜਿਹੜੀ ਫੌਜ ਦੀ ਚੜ੍ਹਤ ਹੁੰਦੀ ਆ ਉਹਦਾ ਨਿਸ਼ਾਨ ਝੂਲਦਾ ਹੈ, ਤੇ ਸਭ ਤੋਂ ਉੱਚੇ ਨਿਸ਼ਾਨ ਪਰਮੇਸ਼ਰ ਦੇ ਝੂਲਦੇ ਹਨ। ਜਿਵੇਂ ਖਾਲਸਾ ਪੰਥ ਦਾ ਜਿਹੜਾ ਨਿਸ਼ਾਨ ਆ ਉਹ ਸਾਰੇ ਦੇਸ਼ਾਂ ਵਿੱਚ ਝੂਲਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿਣ ਲੱਗੇ ਸਾਡਾ ਜਿਹੜਾ ਪਿਤਾ ਹੈ ਪਰਮੇਸ਼ਰ ਅਕਾਲ ਪੁਰਖ, ਨਿਸ਼ਾਨ ਦੇ ਮਾਲਕ, ਸ਼ਸਤਰਾਂ ਦੇ ਮਾਲਕ, ਪੰਥ ਸਹਾਇਕ ਨਿਤ ਰਖਵਾਲੀ। ਸ੍ਰੀ ਅਸਤੋਜਮ ਜਿਹੜਾ ਹੈ ਪਰਮੇਸ਼ਰ, ਉਹ ਸਾਡੇ ਪੰਥ ਦੀ ਸਾਡੀ ਹਮੇਸ਼ਾ ਰਕਸ਼ਾ ਕਰੇਗਾ। ਤੁਸੀਂ ਅਕਾਲ ਪੁਰਖ ਨਾਲ ਜੁੜੇ ਰਹੋ। ਸ੍ਰੀ ਅਸਤੋਜੂ ਹੋਏ ਦਿਆਲਾ, ਹਰ ਥਾਂ ਤੇ ਸਾਡੀ ਦਇਆ ਕਰੋ, ਸਾਡੀ ਰਕਸ਼ਾ ਕਰੋ। ਖੜੇ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਓ ਉਭਾਰੀ। ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਇਹ ਕਹਿ ਰਹੇ ਨੇ ਜਾ ਕੇ ਭੀਮ ਚੰਦ ਵਰਗੇ ਰਾਜੇ ਨੂੰ ਕਿ ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਉਹ ਗਾਈਡ ਕਰਦਾ ਹੈ ਕਿ ਅਕਾਲ ਪੁਰਖ ਸਾਡੀ ਰਕਸ਼ਾ ਕਰੇਗਾ। ਗੁਰੂ ਗੋਬਿੰਦ ਸਿੰਘ ਆਪਣੀ ਸਭਾ ਦੇ ਵਿੱਚ ਜਿਹੜੀ ਸੰਗਤ ਆ ਕੇ ਬਹਿੰਦੀ ਆ ਉਹਨਾਂ ਨੂੰ ਹਮੇਸ਼ਾ ਇਹੀ ਉਪਦੇਸ਼ ਦਿੰਦਾ ਹੈ ਕਿ ਜੰਗ ਦੇ ਲਈ ਤਿਆਰ ਰਹੋ। ਪ੍ਰਥਮ ਸੈਂਕੜੇ ਸਿੰਘ ਪਾਏ ਹੈ, ਅਬੇ ਹਜ਼ਾਰੋਂ ਸਿੰਘ ਥਏ ਹੈ। ਜਦੋਂ ਪਹਿਲਾਂ ਸਾਡੇ ਨਾਲ ਜੰਗ ਹੋਇਆ ਉਦੋਂ ਵੀ ਬਹੁਤ ਸਿੰਘ ਸੱਜ ਗਏ ਸੀ ਜਦੋਂ ਪਾਉਂਟਾ ਸਾਹਿਬ ਵਸਾਇਆ, ਤੇ ਹੁਣ ਤਾਂ ਮਾਰੇ ਕੋਈ ਥਾਂ ਹੀ ਨਹੀਂ। ਕਿੰਨੇ ਨੌਜਵਾਨ ਉਹਨਾਂ ਦੇ ਸਿੱਖਾਂ ਦੇ ਨਵੇਂ ਪੁੱਤਰ ਆ ਰਹੇ ਨੇ ਤੇ ਫੌਜ ਭਰਤੀ ਹੋ ਰਹੀ ਹੈ। ਚੜ ਕਰ ਅਯੁੱਧ ਕਰ ਧਰ ਕੈ, ਸੇਨ ਦੇਸ਼ ਲੁੱਟਤ ਨਿਤ ਬਰਕੈ। ਮਹਾਰਾਜ ਉਹ ਜਿਹੜੇ ਸਿੰਘ ਹੈ ਉਸ ਦੇ ਸਾਡੇ ਪਹਾੜੀ ਇਲਾਕੇ ਦੇ ਵੀ ਸ਼ਿਕਾਰ ਖੇਡਣ ਆਉਂਦੇ ਹੈ ਔਰ ਸਾਨੂੰ ਲੁੱਟਦੇ ਆ, ਕਹਿੰਦਾ ਪਹਾੜੀ ਦੇਸ਼ਾਂ ਨੂੰ। ਹਮ ਬਹੁਤ ਸੇਵਾ ਕਰਤ ਹੀ ਰਹੇ, ਮਿਟਤ ਨਹੀਂ ਕਿਮ ਜਬ ਉਰ ਲਹੇ। ਅਸੀਂ ਚੁੱਪ ਕਰ ਰਹਿੰਦੇ ਆ ਮਹਾਰਾਜ, ਲੜਾਈਆਂ ਹੁਣ ਅਸੀਂ ਕਿੰਨੀਆਂ ਕਰੀਏ, ਅਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਆ। ਅਸਲ ਦੇ ਵਿੱਚ ਤਾਂ ਇਹਨਾਂ ਦੀ ਹੁਣ ਵਾਹ ਨਹੀਂ ਚੱਲਦੀ, ਪਰ ਉੱਥੇ ਇੱਦਾਂ ਕਹਿੰਦੇ ਆ। ਅਸੀਂ ਚੁੱਪ ਕਰ ਰਹਿੰਦੇ ਆ ਤੇ ਉਹ ਰੁਕਦੇ ਨਹੀਂ। ਆਖਰ ਥੱਕ ਹਾਰ ਕੇ ਮਹਾਰਾਜ ਰਾਜਾ ਸਾਹਿਬ ਅਸੀਂ ਤੁਹਾਡੀ ਸ਼ਰਨ ਲਈ ਹੈ। ਅਸੀਂ ਦਿੱਲੀ ਆਏ, ਦਿੱਲੀੋਂ ਪਤਾ ਲੱਗਿਆ ਕਿ ਉਹ ਦੱਖਣ ਵੱਲ ਮੁਹਿੰਮ ਤੇ ਗਏ ਹੋਏ ਨੇ ਤੇ ਤੁਹਾਡੇ ਕੋਲ ਇੱਥੇ ਪਹੁੰਚਣਾ ਕੀਤਾ ਹੈ। ਇਸ ਤਰ੍ਹਾਂ ਦੋ ਤੁਹਾਡੇ ਜਦੋਂ ਉਮਰਾਵ ਦੋ ਜਿਹੜੇ ਸਨ ਤੁਹਾਡੇ ਜਰਨੈਲ ਫੌਜਾਂ ਦੇ, ਸੈਦ ਖਾਨ ਤੇ ਰਮਜ਼ਾਨ ਖਾਨ, ਜਿਹੜੇ ਇੱਕ ਚਲਿਆ ਗਿਆ ਤੇ ਇੱਕ ਮਾਰ ਦਿੱਤਾ ਗਿਆ ਸੀਗਾ ਜਦੋਂ ਫੌਜਾਂ ਲੈ ਕੇ ਗਏ ਸਨ। ਔਰ ਜਿਸ ਵੇਲੇ ਉਹ ਗਏ ਭਿਆਨਕ ਯੁੱਧ ਹੋਇਆ ਮਹਾਰਾਜ ਉੱਥੇ। ਜਿਸ ਵੇਲੇ ਤੁਸੀਂ ਪੈਂਡੇ ਖਾਨ ਔਰ ਇੱਕ ਹੋਰ ਜਰਨੈਲ ਇਹਨਾਂ ਦੋਵਾਂ ਨੂੰ ਫੌਜ ਦੇ ਕੇ ਭੇਜਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨਾਲ ਉਸ ਵੇਲੇ ਇਹਨਾਂ ਦਾ ਜੰਗ ਹੋਇਆ, ਸਾਡੀ ਮਦਦ ਕੀਤੀ ਸੀ। ਭਇਓ ਜਵੰਗ ਦਵੈ ਹਤੇ ਖਤੰਗ, ਤੇ ਸਤਿਗੁਰਾਂ ਨੇ ਇਹਨਾਂ ਨੂੰ ਦੋ ਤੀਰਾਂ ਨਾਲ ਹੀ ਮਾਰ ਦਿੱਤਾ। ਕਹਿੰਦੇ ਪੈਂਡੇ ਖਾਨ ਨੇ ਦੋ ਤੀਰ ਚਲਾਏ, ਉਹਦਾ ਤੀਰ ਟਿਕਾਣੇ ਨਹੀਂ ਲੱਗਿਆ, ਪਰ ਗੁਰੂ ਨੇ ਇੱਕੋ ਮਾਰਿਆ ਤੇ ਘੋੜੇ ਤੋਂ ਉਹ ਥੱਲ ਕੇ ਸਿੱਟ ਦਿੱਤਾ। ਸਹਿਬ ਸੰਗ ਸਿਰ ਕਾਟ ਉਤਾਰਾ, ਦੀਨ ਬੇਗ ਕਾਇਲ ਦੁਖ ਭਾਰਾ। ਤੇ ਦੀਨਾ ਬੇਗ ਜਿਹੜਾ ਉਹ ਜ਼ਖਮੀ ਹੋ ਗਿਆ ਤਲਵਾਰ ਦੇ ਨਾਲ ਤੇ ਇੱਕ ਮਾਰਿਆ ਗਿਆ। ਖਿਦਰਾਬਾਦ ਗ੍ਰਾਮ ਲਗ ਆਏ, ਮਾਰਤ ਮਰਤ ਪਠਾਨ ਪਲਾਏ। ਔਰ ਫਿਰ ਉਹਨਾਂ ਨੇ ਖਿਦਰਾਬਾਦ
ਖਿਜਰਾਬਾਦ ਇਹਨੂੰ ਕਹਿੰਦੇ ਆ। ਖਿਜਰਾਬਾਦ ਤੱਕ ਸਾਡੇ ਮਗਰ ਆਏ ਪਠਾਨਾਂ ਦੇ, ਉਹਨਾਂ ਨੂੰ ਮਾਰਦੇ ਹੋਏ ਤੁਹਾਡੀ ਫੌਜ ਨੂੰ ਉੱਥੋਂ ਭਜਾਇਆ। ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਵੜ ਨਹੀਂ ਸੀ ਦਿੱਤੇ, ਇਹ ਸੈਦ ਖਾਨ ਤੋਂ ਪਹਿਲਾਂ ਦੀ ਲੜਾਈ ਦੀ ਗੱਲ ਹੈ। ਇੱਕ ਵਾਰੀ ਪਹਿਲਾਂ ਆਏ ਸੀ ਚਾਣਚੱਕ ਰਾਤ ਨੂੰ, ਜਿਸ ਵੇਲੇ ਇਹਨਾਂ ਨੂੰ ਦੱਸਿਆ ਸੀ ਕਿ ਗੁਰੂ ਸਾਹਿਬ ਜਿਹੜੇ ਹਨ ਥੋੜ੍ਹੇ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਹੋਏ ਆ, ਤੁਸੀਂ ਹੁਣ ਉਹਨਾਂ ਨੂੰ ਘੇਰ ਸਕਦੇ ਹੋ। ਉਹਨੂੰ 10,000 ਫੌਜ ਲੈ ਕੇ ਆਏ ਸੀ। ਕਹਿੰਦੇ ਇਸ ਤਰ੍ਹਾਂ ਤੁਹਾਡੇ ਪਠਾਨਾਂ ਨੂੰ ਤੁਹਾਡੀ ਫੌਜ ਨੂੰ ਕੁੱਟ-ਕੁੱਟ ਕੇ ਭਜਾਇਆ। ਜੇਕਰ ਲਸ਼ਕਰ ਸਾਹੋ ਪਲਾਇਓ ਸਿੰਘਨ ਦਲ ਪਿਛੇ ਤਿਨ ਧਾਇਓ। ਜੇ ਤੁਹਾਡਾ ਲਸ਼ਕਰ ਪੁੱਠਾ ਭਜਿਆ ਤੇ ਸਿੰਘਾਂ ਨੇ ਮਗਰਾ ਕੀਤਾ। ਰਾਜਨ ਕੀ ਗਿਣਤੀ ਕਹਾ ਲੈ ਕਰ ਸਨਮੁਖ ਠਹਿਰੇ ਤਾਹਾ। ਰਾਜਾ ਸਾਹਿਬ ਤੁਹਾਡੇ ਪਠਾਨ ਨਹੀਂ ਉਹਨਾਂ ਮੂਹਰੇ ਤਾਂ ਅੜ ਸਕੇ ਤੇ ਅਸੀਂ ਕਿਹੜੀ ਗਿਣਤੀ 'ਚ। ਭਾਵ ਆਪਣੇ ਆਪ ਨੂੰ ਇੰਨਾ ਕਮਜ਼ੋਰ ਦਿਖਾ ਰਹੇ ਨੇ ਵੀ ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਇਹ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇਹ ਹਾਜ਼ਰ ਹੁੰਦੇ ਆ ਜਾਂ ਗੁਰੂ ਤੇਗ ਬਹਾਦਰ ਜੀ ਕੋਲ ਹਾਜ਼ਰ ਹੋਏ ਸੀ, ਉਸ ਵੇਲੇ ਵੀ ਇਹ ਕਸ਼ਮੀਰ ਦੇ ਬ੍ਰਾਹਮਣ ਆ ਜਿਹੜੇ ਪਹਾੜੀ ਇਲਾਕੇ ਦੇ, ਮੂੰਹ ਵਿੱਚ ਘਾਹ ਲੈ ਕੇ ਹਾਜ਼ਰ ਹੋਏ। ਮੂੰਹ ਵਿੱਚ ਘਾਹ ਲੈ ਕੇ ਹਾਜ਼ਰ ਹੋਣ ਦਾ ਮਤਲਬ ਕੀ ਹੈ ਕਿ ਅਸੀਂ ਜੀ ਗਊ ਵਰਗੇ ਆ, ਸਾਡੀ ਰਾਖੀ ਕਰੋ। ਫਿਰ ਵੱਡੇ ਹੋਇਆਂ ਦੇ ਤਾਂ ਸਿੰਘ ਨਿਕਲੇ ਹੁੰਦੇ, ਫਿਰ ਸਿੰਘ ਮਾਰਦੇ ਆ। ਕਹੋ ਸਤਨਾਮ। ਰਾਖੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਇਹਨਾਂ ਦੀ, ਪਰ ਹੁਣ ਸਿੰਘ ਵੱਡੇ ਵੱਡੇ ਹੋ ਗਏ ਇਹਨਾਂ ਦੇ। ਗੁਰੂ ਕਿਰਪਾ ਕਰਨ, ਪਰਮੇਸ਼ਰ ਆਪੇ ਹੀ ਇਹਨਾਂ ਨੂੰ ਸਿੱਧੇ ਰਸਤੇ ਪਾਵੇ। ਤਾਂ ਕਹਿਣ ਤੋਂ ਭਾਵ ਹੈ ਇਹ ਪਹਾੜੀਏ ਕਹਿੰਦੇ ਅਸੀਂ ਬੜੇ ਕਮਜ਼ੋਰ ਹਾਂ ਮਹਾਰਾਜ, ਤੁਹਾਡੇ ਪਠਾਨਾਂ ਨੂੰ ਦੇ ਪੈਰ ਨਹੀਂ ਲੱਗਣ ਦਿੱਤੇ, ਅਸੀਂ ਕੀ ਉੱਥੇ ਕਰ ਸਕਦੇ ਹਾਂ। ਜਿਸ ਵੇਲੇ ਤੁਹਾਡੀ ਫੌਜ ਨੂੰ ਭਜਾ ਦਿੱਤਾ, ਫਿਰ ਇਹਨਾਂ ਦੇ ਸਿੰਘਾਂ ਨੇ ਸਾਡੇ ਪਹਾੜੀ ਇਲਾਕੇ ਵਿੱਚ ਬੜੀ ਲੁੱਟ ਮਚਾਈ। ਸਕਲ ਸੈਲਪਤ ਤਬੇ ਬਟੋਰੇ ਮੈਂ ਤਬ ਕਹਿਓ ਸੁਨੋ ਮਤ ਭੋਰੇ। ਤਾਂ ਮਹਾਰਾਜ ਫਿਰ ਮੈਂ ਸਾਰੇ ਰਾਜਿਆਂ ਨੂੰ ਇਕੱਠੇ ਕੀਤਾ, ਹੋਏ ਭੋਲੇ ਮਤ ਵਾਲਿਓ ਸੁਣੋ। ਦੇਖੋ ਇਹਨਾਂ ਦੇ ਕਹਿਣ ਦੇ ਢੰਗ ਜਿਹੜੇ ਹਨ ਰਾਜੇ ਨੂੰ ਪ੍ਰਭਾਵਿਤ ਕਰਨਾ, ਰਾਜੇ ਨੂੰ ਗੁਰੂ ਪਿਆਰੋ ਆਪਣੇ ਨਾਲ ਜੋੜਨ ਦੇ ਵਾਸਤੇ, ਗੁਰੂ ਸਾਹਿਬ ਦੇ ਪ੍ਰਤੀ, ਸਿੰਘਾਂ ਪ੍ਰਤੀ ਕਿੱਦਾਂ ਦਾ ਜ਼ਹਿਰ ਉਗਲਦੇ ਹੈ। ਤੇ ਆਪ ਦੇ ਬਾਰੇ ਕੀ ਕਹਿੰਦੇ, ਕਹਿੰਦਾ ਜੀ ਫਿਰ ਮੈਂ ਸਾਰੇ ਰਾਜਿਆਂ ਨੂੰ ਇਕੱਠੇ ਕੀਤਾ, ਹੋਏ ਭੋਲਿਓ ਮੈਂ ਆਪਣੇ ਬੰਦਿਆਂ ਨੂੰ ਕਿਹਾ ਵੀ ਇਹ ਤਾਂ ਵੱਧਦੇ ਜਾ ਰਹੇ ਐ, ਆਪਾਂ ਕੁਛ ਕਰੀਏ। ਇਹ ਤਾਂ ਦਿਨ ਦੁਗਣੀ ਰਾਤ ਚੌਗਣੀ ਸਿੱਖਾਂ ਨੂੰ ਇਕੱਠੇ ਕਰਦਾ ਜਾ ਰਿਹਾ ਹੈ, ਸਿੰਘਾਂ ਦਾ ਇਕੱਠ ਕਰਦਾ ਜਾ ਰਿਹਾ ਹੈ। ਰਾਜ ਦੇਨ ਕੀ ਉਰ ਮੈਂ ਇੱਛਾ ਕਿਉਂ ਬੈਠੀ ਤੁਮ ਕਰਤ ਨਾ ਪਿਛਾ। ਤੇ ਮਹਾਰਾਜ ਸਾਨੂੰ ਆਏ ਲੱਗਦਾ ਵੀ ਉਹ ਦਿੱਲੀ ਵਾਲੇ ਤਖਤ ਤੇ ਨਿਗਾਹ ਰੱਖ ਕੇ ਬੈਠਾ। ਕਹੋ ਸਤਨਾਮ। ਉਹਦਾ ਰਾਜ ਲੈਣ ਦਾ ਇਰਾਦਾ ਹੈ। ਭੀਮ ਚੰਦ ਵਰਗੇ ਕਹਿੰਦੇ ਮੈਂ ਆਪਣੇ ਮਿੱਤਰਾਂ ਨੂੰ ਸਮਝਾਇਆ, ਇਹਨਾਂ ਨੂੰ ਹੰਡੂਰੀਏ ਨੂੰ ਕਹਿਲੂਰੀਏ ਨੂੰ ਜਿਹੜੇ ਮੇਰੇ ਨਾਲ ਆਏ ਆ, ਮੈਂ ਇਹਨਾਂ ਨੂੰ ਸਮਝਾਇਆ, ਮੈਨੂੰ ਲੱਗਦਾ ਇਹ ਤਾਂ ਰਾਜ ਭਾਗ ਖੋਣ ਦਾ ਇਰਾਦਾ ਕਰਕੇ ਬੈਠਾ ਹੈ। ਮੈਨੂੰ ਲੱਗਦਾ ਤੇ ਫਿਰ ਅਸੀਂ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਇੱਕ ਦਲ ਬਣਾਇਆ। ਭੀਮ ਚੰਦ ਕਹਿੰਦਾ ਮੈਂ ਸਾਰਿਆਂ ਦਾ ਠਾਕੁਰ ਹੁੰਦਾ ਮਾਲਕ, ਵੱਡਾ ਜਰਨੈਲ ਕਹਿੰਦਾ ਮੈਂ ਸਾਰੇ 22 ਧਾਰ ਦੇ ਪਹਾੜੀਆਂ ਦੀ ਠਕੁਰਾਈ ਮਲਕੀ ਕਰਦਾ ਹੋਇਆ, ਜਰਨੈਲੀ ਕਰਦਾ ਹੋਇਆ ਸਾਰੀ ਫੌਜ ਇਕੱਠੀ ਕਰਕੇ ਆਨੰਦਪੁਰ ਰਨ ਵੱਡ ਕਰਿਓ ਵੀਰ ਕੇਸਰੀ ਚੰਦ ਸੋ ਮਰਿਓ। ਔਰ ਅਸੀਂ ਇਹਨਾਂ ਤੇ ਹਮਲਾ ਕੀਤਾ ਆਨੰਦਪੁਰ ਸਾਹਿਬ ਆ ਕੇ। ਤੇ ਪਰ ਸਾਡਾ ਕਜੋਦਾ ਸੀ ਕੇਸਰੀ ਚੰਦ, ਜਦੋਂ ਇਹ ਹਾਥੀ ਨੂੰ ਸ਼ਰਾਬ ਪਿਆ ਕੇ ਲਿਆਏ ਸੀ, ਇਹ ਉਸ ਜੰਗ ਦੀ ਗੱਲ ਕਰਦਾ। ਕਹਿੰਦਾ ਜਿਸ ਵੇਲੇ ਅਸੀਂ ਸਾਰੇ ਪਹਾੜੀਆਂ ਨੇ ਇਕੱਠੇ ਹੋ ਕੇ ਇੱਕ ਵਾਰੀ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਸੀ, ਉਦੋਂ ਸਾਡਾ ਬਹੁਤ ਤਕੜਾ ਇੱਕ ਯੋਧਾ ਸੀ ਕੇਸਰੀ ਚੰਦ ਰਾਜਾ, ਉਹ ਮਾਰਿਆ ਗਿਆ। ਸਿਪਾਹੀ ਤਾਂ ਕਿਸੇ ਗਿਣਤੀ 'ਚ ਨਹੀਂ, ਉਹਨਾਂ ਦੇ ਕੌਣ ਨਾਂ ਲੈਂਦਾ, ਰਾਜਿਆਂ ਦੀ ਨਾਂ ਲਏ ਜਾਂਦੇ ਆ। ਕਹਿੰਦੇ ਸਾਡਾ ਯੋਧਾ ਕੇਸਰੀ ਚੰਦ ਮਾਰਿਆ ਗਿਆ। ਕਾਹਲੇ ਸੋ ਪਟਨ ਗਿਣਤੀ ਨਾਹੇ ਮਰੇ ਹਜ਼ਾਰੋਂ ਰਣ ਕੀ ਮਾਹੇ। ਔਰ ਸਾਡੀ ਪਹਾੜੀਆਂ ਦੀ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਜੰਗ ਵਿੱਚ ਮਾਰੀ ਗਈ ਜੀ। ਵੱਡੀ ਮੁਹਿੰਮ ਗੁਰੇਸ਼ਨ ਰਹੇ ਨਹੀਂ ਪਰਾਜੇ ਸਤਿਗੁਰ ਲਹੇ। ਪਹਾੜੀ ਰਾਜਿਆਂ ਨੇ ਤਕੜਾਈ ਕਰਕੇ ਵੱਡੀ ਮੁਹਿੰਮ ਕਰਕੇ, ਭਾਵੇਂ ਇਹ ਵੇਖਦੇ ਨੇ ਇਕੱਠ
ਵੀ ਸਾਡੇ ਕੋਲੇ ਬੰਦੇ ਵਾਲੇ ਆ, ਅਸੀਂ ਜਿੱਤ ਜਾਵਾਂਗੇ। ਪਰ ਗੁਰੂ ਕੀਆਂ ਫੌਜਾਂ ਇਕੱਠ ਨਹੀਂ ਵੇਖਦੀਆਂ, ਉਹ ਤਾਂ ਇਹ ਵੇਖਦੀਆਂ ਵੀ ਕਣਕ ਚੰਗੀ ਜੰਮੀ ਆ, ਜਿੰਨੀ ਜ਼ਿਆਦਾ ਜੰਮੀ ਆ ਉਨੀ ਜ਼ਿਆਦਾ ਵੱਢੀ ਜਾਊਗੀ। ਕਹੋ ਸਤਨਾਮ। ਗੁਰੂ ਕੀਆਂ ਫੌਜਾਂ ਇਸ ਢੰਗ ਦੇ ਨਾਲ ਜ਼ੁਲਮ ਨਾਲ ਲੜਦੀਆਂ ਵੀ ਦਾਤੀ ਤਾਂ ਇੱਕ ਦੇ ਕੋਲ ਹੀ ਆ ਤੇ ਮੂਹਰੇ ਕਣਕ ਜੰਮੀ ਬੜੀ ਆ। ਜਿੰਨਾ ਜ਼ਿਆਦਾ ਇਕੱਠ ਹੁੰਦਾ, ਜਿੰਨੀ ਜ਼ਿਆਦਾ ਭੀੜ ਕਰਕੇ ਆਉਂਦੇ ਉਹਨੇ ਜ਼ਿਆਦਾ ਮਰਦੇ ਆ। ਇਹ ਕਹੋ ਸਤ। ਸਿੰਘਾਂ ਨੂੰ ਸਤਿਗੁਰਾਂ ਨੇ ਇਹੋ ਜਿਹੇ ਪੈਂਤੜੇ ਸਿਖਾਏ ਹੋਏ ਆ, ਸਿੰਘ ਖਿੰਡ ਕੇ ਜੰਗ ਕਰਦੇ ਆ, ਪਰ ਇਹ ਇਕੱਠ ਕਰਕੇ ਇੱਕਦਮ ਹਮਲਾ ਕਰਕੇ ਫੜਨਾ ਚਾਹੁੰਦੇ ਆ ਤੇ ਮਾਰੇ ਬਹੁਤ ਜਾਂਦੇ ਆ ਪਤੰਗਿਆਂ ਦੀ ਤਰ੍ਹਾਂ। ਇਹ ਕਹਿੰਦਾ ਅਸੀਂ ਬੜੀ ਮੁਹਿੰਮ ਕਰਕੇ ਇਕੱਠੇ ਹੋ ਕੇ ਗਏ, ਪਰ ਨਹੀਂ ਪਰਾਜੈ ਸਤਿਗੁਰ ਲਹੀ, ਪਰ ਉਹ ਹਾਰਿਆ ਨਹੀਂ, ਅਸੀਂ ਹਾਰ ਗਏ ਜੀ। ਡਰੇ ਕੀਤਕ ਦਿਨ ਖਰਚੋ ਦਰਬਾ, ਹੋ ਬਿਦਹਾਰ ਪਰੇ ਜਬ ਸਰਬਾ। ਤੇ ਰਾਜਾ ਸਾਹਿਬ ਅਸੀਂ ਕਈ ਦਿਨ ਉਸ ਦੇ ਨਾਲ ਲੜਾਈ ਕਰਦੇ ਰਹੇ। ਉਸ ਵੇਲੇ ਪਾਤਸ਼ਾਹ ਕਿਲੇ ਚੋਂ ਬਾਹਰ ਗਏ ਸੀਗੇ ਇੱਕ ਵਾਰੀ, ਦੁਬਾਰਾ ਫਿਰ ਜਾਣਗੇ, ਉਹ ਅੱਗੇ ਕਥਾ ਆਊਗੀ। ਇਹ ਦੁਬਾਰਾ ਮੁੜ ਕੇ ਫਿਰ ਘੁੰਮ ਘੁਮਾ ਕੇ ਕੁਛ ਰਾਜਿਆਂ ਨੂੰ ਮਿਲ ਕੇ ਕੁਛ ਇਹਨਾਂ ਨਾਲ ਦੋ ਹੱਥ ਕਰਦੇ, ਹੱਸਦੇ ਖੇਡਦੇ, ਜੰਗਾਂ ਦੇ ਨਾਲ ਲੜਾਈਆਂ ਕਰਦੇ ਹੋਏ। ਗੁਰੂ ਕੀਆਂ ਫੌਜਾਂ ਤਾਂ ਇਹਨੂੰ ਖੇਡ ਹੀ ਸਮਝਦੀਆਂ ਜੰਗ ਨੂੰ, ਤੇ ਇਹਨਾਂ ਦੇ ਨਾਲ ਜੰਗ ਕਰਦੇ ਹੋਏ ਗੁਰੂ ਕੀਆਂ ਫੌਜਾਂ ਫਿਰ ਘੁੰਮ ਘੁਮਾ ਕੇ ਗੁਰੂ ਪਿਆਰਿਓ ਵਾਪਸ ਕਿਲ੍ਹਾ ਸਾਹਿਬ ਵਿੱਚ ਆ ਗਈਆਂ। ਹੁਣ ਇਹ ਦੁਬਾਰਾ ਔਰੰਗੇ ਕੋਲ ਜਾ ਕੇ ਮਿਹਨਤਾਂ ਕਰਦੇ ਐ, ਕਹਿੰਦੇ ਅਸੀਂ ਉਸ ਵੇਲੇ ਬਹੁਤ ਖਰਚ ਕੀਤਾ, ਜਦੋਂ ਸਾਡੇ ਕੋਲੇ ਪੈਸੇ ਵੀ ਮੁੱਕ ਗਏ। ਔਰ ਅਸੀਂ ਉਹਨਾਂ ਨੂੰ ਗਊ ਦੀ ਸਹੁੰ, ਅਸੀਂ ਸਾਨੂੰ ਕੁਛ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਗਊਆਂ ਦੀਆਂ ਸੌਹਾਂ ਪਾ ਕੇ ਮਿੰਨਤਾਂ ਕਰਕੇ ਬੇਨਤੀ ਕੀਤੀ ਵੀ ਕਿਲ੍ਹਾ ਛੱਡ ਦਿਓ। ਜਗ ਬਿਸਾਲ ਡਾਰ ਤਤਕਾਲਾ, 14 ਘੇਰ ਲੀਨ ਮਿਲ ਜਾਲਾ। ਹਾਂ, ਉਦੋਂ ਵੀ ਇਹਨਾਂ ਨੇ ਇਦਾਂ ਹੀ ਬਹਾਨੇ ਮਾਰ ਕੇ ਗੁਰੂ ਸਾਹਿਬ ਨੂੰ ਕਿਹਾ ਸੀ ਇੱਕ ਵਾਰੀ ਜੰਗ ਚੋਂ ਆਪਣੇ ਕਿਲੇ ਚੋਂ ਬਾਹਰ ਨਿਕਲ ਜਾਓ, ਤੇ ਕਹਿੰਦੇ ਅਸੀਂ ਉਹਨਾਂ ਨੂੰ ਕਿਲੇ ਚੋਂ ਬਾਹਰ ਕੱਢਿਆ। ਦੇਖਿਓ ਆਪ ਕੋ ਪਹੁੰਚੋ ਜਾਵੇ, ਸਿਰੰਗ ਕੋ ਸੂਬਾ ਚੜ੍ਹਤਾ ਬੈ। ਤਾਂ ਤੁਹਾਨੂੰ ਵੀ ਚਿੱਠੀ ਉਦੋਂ ਪਾਈ ਸੀਗੀ, ਤੁਸੀਂ ਵੀ ਸਰਹੰਦ ਦੇ ਸੂਬੇਦਾਰ ਨੂੰ ਸੁਨੇਹਾ ਲਾਇਆ ਸੀ ਵੀ ਇਹਨਾਂ ਦੀ ਮਦਦ ਕਰ। ਮੇਰੀ ਆਨ ਕਰ ਸੈਨ ਮਹਾਨੀ, ਡਰਿਓ ਸਭਨ ਸਨ ਬਨ ਤਨ ਪਾਨੀ। ਔਰ ਫਿਰ ਸਰਹੰਦ ਦੇ ਸੂਬੇ ਦੀ ਫੌਜ, ਸਾਡੀ ਫੌਜ ਇਕੱਠੀ ਹੋ ਕੇ ਜਦੋਂ ਨਰਮੋਹੀ ਦੀ ਟਿੱਬੀ ਤੇ ਬੈਠ ਕੇ ਪਾਤਸ਼ਾਹ ਜੀ ਨੇ ਜੰਗ ਦਾ ਨਜ਼ਾਰਾ ਦੇਖਿਆ ਤੇ ਸਿੰਘਾਂ ਨੇ ਇਹਨਾਂ ਦੇ ਆਹੂ ਲਾਹੇ ਆ, ਉਸ ਵੇਲੇ ਦੀ ਗੱਲ ਕਰਦੇ ਆ ਜਿਹੜੀ ਪਿੱਛੇ ਕਥਾ ਆਈ ਸੀ ਕਿ ਪਾਤਸ਼ਾਹ ਥੋੜ੍ਹੇ ਜਿਹੇ ਦਿਨ ਕਿਲ੍ਹਾ ਸਾਹਿਬ ਤੋਂ ਬਾਹਰ ਵੀ ਘੁੰਮਦੇ ਰਹੇ। ਬੱਬਰ ਸ਼ੇਰ ਦੀ ਨਿਆਈ, ਇਹਨਾਂ ਦਾ ਖਿਆਲ ਸੀਗਾ ਵੀ ਕਿਲੇ ਕਰਕੇ ਬਚੇ ਹੋਏ ਆ, ਜੇ ਕਿਲੇ ਤੋਂ ਬਾਹਰ ਨਿਕਲ ਜਾਣ ਫਿਰ ਫੜ ਲਵਾਂਗੇ, ਪਰ ਫਿਰ ਵੀ ਫੜ ਨਹੀਂ ਸਕੇ। ਕੌਣ ਚੱਲੇ ਗੁਰੂ ਦੀ ਝਾਲਾ। ਅਖੀਰ ਗੁਰੂ ਪਿਆਰਿਓ ਇਹ ਲੋਕ ਪਾਤਸ਼ਾਹ ਜੀ ਨੂੰ ਉਦੋਂ ਵੀ ਘੇਰਾ ਪਾਇਆ ਇਹਨਾਂ ਨੇ, ਕਹਿੰਦੇ ਅਸੀਂ ਘੇਰਾ ਪਾਇਆ ਇਕੱਠੇ ਹੋ ਕੇ। ਸਨੇ ਸਨੇ ਸਤ ਦਰਾਕੀ ਪਾਰ, ਗਮਨ ਜਾਏ ਤਿਰਿਉ ਤਿਸ ਬਾਰ। ਹੌਲੀ ਹੌਲੀ ਲੜਦੇ ਲੜਦੇ ਅਸੀਂ ਇਹਨਾਂ ਨੂੰ ਸਤਲੁਜ ਦਰਿਆ ਦੇ ਪਰਲੇ ਪਾਸੇ ਭੇਜਤਾ ਸੀ, ਟਪਾਤਾ ਸੀ ਦਰਿਆ। ਤਕ ਦਿਵਸ ਬਿਤਾਵਨ ਕਰੇ, ਸਕਲ ਗਏ ਦਰ ਨਿਜ ਨਿਜ ਕਰੇ। ਅਸੀਂ ਸੋਚਿਆ ਵੀ ਚੱਲ ਹੁਣ ਚਲਾ ਗਿਆ, ਹੁਣ ਤਾਂ ਕੀ ਮੁੜੂਗਾ, ਹੁਣ ਤਾਂ ਸਤਲੁਜ ਟਪਾ ਦਿੱਤਾ, ਦਰਿਆ ਤੋਂ ਟਪਾ ਦਿੱਤਾ ਪਰਲੇ ਪਾਸੇ, ਹੁਣ ਤਾਂ ਕੀ ਆਉਣਾ ਇਹਨਾਂ ਨੇ। ਉਦੋਂ ਸਤਲੁਜ ਦੇ ਪਰਲੇ ਪਾਸੇ ਗਏ ਸੀਗੇ, ਇੱਥੋਂ ਫਿਰ ਇੱਧਰ ਟੱਪਦੇ ਹਨ। ਜਦੋਂ ਚਮਕੌਰ ਸਾਹਿਬ ਕੰਨੀ ਜਾਂਦੇ ਆ ਤੇ ਕਹਿੰਦੇ ਇਸ ਤਰ੍ਹਾਂ ਅਸੀਂ ਸਾਰੇ ਦਲ ਇਕੱਠੇ ਜਿਹੜੇ ਹੋਏ ਸੀਗੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਵੀ ਚਲੋ ਹੁਣ ਤਾਂ ਟੱਪ ਗਏ, ਹੁਣ ਨਹੀਂ ਮੁੜਦੇ। ਪਰ ਇੱਕ ਦਿਨ ਚਾਨ ਚਾਕੀ ਪੁੱਠੇ ਮੁੜ ਆਏ ਤੇ ਕਲਮੋਟ ਨਗਰ ਹੈ ਨੇੜੇ, ਉਸ ਤੇ ਹਮਲਾ ਕਰ ਦਿੱਤਾ। ਔਰ ਸਾਰਾ ਪਿੰਡ ਲੁੱਟਿਆ ਤੇ ਮਨੁੱਖਾਂ ਨੂੰ ਮਾਰ ਦਿੱਤਾ। ਆਨੰਦਪੁਰ ਮੇਂ ਤਬ ਬਰਿਓ, ਉਤਮ ਅਦਿ ਕੋ ਠਾਵਨ ਕਰਿਓ। ਔਰ ਫੇਰ ਕਿਲੇ ਦੇ ਵਿੱਚ ਵੜ ਗਏ, ਦੁਬਾਰਾ ਫੇਰ ਆਨੰਦਪੁਰ ਦੇ ਵਿੱਚ ਆ ਕੇ ਵੜ ਗਏ। ਬੜਾ ਉਦਮ ਮਚਾਇਆ ਹੋਇਆ ਹੈ। ਦੋ ਰਾਜੇ ਆ ਰਹੇ ਸੀਗੇ, ਉਹਨਾਂ ਦੇ ਨਾਲ ਜੰਗ ਕੀਤੇ। ਥੋੜਾ ਚਿਰ ਪਹਿਲਾਂ ਦੀ ਲੜਾਈ ਦੀ ਗੱਲ ਹੈ। ਰਾਜਾ ਸਾਹਿਬ
ਤੁਹਾਡੇ 2 ਰਾਜੇ ਇਹਨਾਂ ਨੂੰ ਭੇਜਿਆ ਸੀ ਨਾ ਇਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਕਿਲੇ ਤੋਂ ਬਾਹਰ ਫਿਰਦਾ, ਹੁਣ ਫੜ ਲਓ, ਜਾ ਕੇ ਫੜਿਆ ਜਾਊਗਾ, ਨਾਲੇ ਔਰੰਗਾ ਇਨਾਮ ਦੇਊਗਾ, ਨਾਲੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਚਾਨ ਚੱਕ ਇਹਨਾਂ ਨੇ ਭੇਜੇ ਸੀਗੇ। ਤੇ ਕਹਿਣ ਲੱਗੇ ਇਹ ਦੋਨੇ ਰਾਜੇ ਜਦ ਗਏ ਜਰਨੈਲ ਉਹਨਾਂ ਦੇ ਨਾਲ ਲੜਾਈ ਕਰ ਲਈ। ਇੱਕ ਗੁਰੂ ਨਾਲ ਮਿਲ ਗਿਆ, ਸੈਦ ਖਾਨ ਜੀ ਨੂੰ ਕਹਿੰਦੇ ਆ ਸੈਦ ਬੇਗ, ਇੱਕ ਤਾਂ ਗੁਰੂ ਦੇ ਨਾਲ ਮਿਲ ਗਿਆ। ਔਰ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਬਹੁਤ ਵੱਡਾ ਜੰਗ ਹੋਇਆ, ਤੁਹਾਨੂੰ ਪਤਾ ਨਹੀਂ, ਤੁਸੀਂ ਤਾਂ ਇੱਧਰ ਆਏ ਫਿਰਦੇ ਹੋ ਦੱਖਣ ਵੱਲ। ਸਭ ਰਾਜੇ ਮਿਲ ਕੇ ਤਿਸ ਕਾਲ ਹੋਣ ਲੱਗਿਓ ਸੰਗਰਾਮ ਵਿਸਾਲ। ਅਸੀਂ ਵੀ ਨਾਲ ਰਲ ਕੇ ਜੰਗ ਕੀਤਾ ਸੀ। ਗੁਰੂ ਆਪ ਰਨ ਮੇ ਤਬ ਆਇਓ, ਸੈਦ ਖਾਨ ਦੇਖਤ ਬਿਕਲਾਇਓ। ਜਿਸ ਵੇਲੇ ਆਪ ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ ਵਿੱਚ ਆਇਆ, ਸੈਦ ਖਾਨ ਨੇ ਆਪਣੇ ਮਨ ਵਿੱਚ ਇੱਛਾ ਕੀਤੀ ਸੀ ਦਰਸ਼ਨਾਂ ਦੀ, ਪਰ ਬਾਹਰੋਂ ਇਹ ਦਿਖਾਉਣਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਮੈਨੂੰ ਆ ਕੇ ਲਲਕਾਰੇ ਤੇ ਮੈਂ ਦਰਸ਼ਨ ਕਰ ਲਵਾਂ, ਤਾਂ ਕਿ ਫੌਜ ਨੂੰ ਵੀ ਪਤਾ ਨਾ ਲੱਗੇ ਵੀ ਸੈਦ ਖਾਨ ਜਿਹੜਾ ਗੁਰੂ ਨੂੰ ਪਿਆਰ ਕਰਨ ਲੱਗ ਪਿਆ। ਤੇ ਗੁਰੂ ਸਾਹਿਬ ਨੇ ਵੀ ਉਸੇ ਤਰ੍ਹਾਂ ਹੀ ਆ ਕੇ ਮਿਲਣਾ ਕੀਤਾ ਸੀ। ਇਹ ਵੀ ਸੀਨ ਪਹਾੜੀਆਂ ਨੇ ਦੇਖਿਆ, ਜਾ ਕੇ ਦੱਸਦੇ ਆ। ਜਦੋਂ ਚਾਨਚਾ ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ 'ਚ ਆ ਪਾਇਆ ਤੇ ਸੈਦ ਖਾਨ ਤਾਂ ਵਿਆਕੁਲ ਹੋ ਗਿਆ। ਸ਼ਾਸਤਰ ਚੋਰ ਪਾਏ ਨ ਪਰ ਪਰਿਓ, ਨਿਕਸ ਕੇ ਉਹ ਕਹਿ ਨਹੀਂ ਨਹਰਿਓ। ਔਰ ਉਹ ਤਾਂ ਛੱਡ ਕੇ ਘੋੜਾ ਤੇ ਸ਼ਾਸਤਰ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨੀ ਜਾ ਪਿਆ ਤੇ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਚਲਿਆ ਗਿਆ। ਹਮੋ ਜੰਗ ਕਰ ਲੂਟ ਮਚਾਈ, ਹਨਿਓ ਖਾਨ ਰਮਜਾਨ ਤਹਾਹੀ। ਸਾਥੋਂ ਜਿੰਨਾ ਕੋ ਹੋ ਸਕਿਆ ਅਸੀਂ ਜੰਗ ਕੀਤਾ ਤੇ ਤੁਹਾਡਾ ਇੱਕ ਜਰਨੈਲ ਰਮਜ਼ਾਨ ਖਾਨ ਮਾਰਿਆ ਗਿਆ। ਲਸ਼ਕਰ ਹਟ ਆਇਓ ਪੁਨ ਓਰੇ, ਹੋਏ ਬਟਪਾਲ ਸਿੰਘ ਤਬ ਪਰੇ। ਤੇ ਲਸ਼ਕਰ ਬਿਨਾ ਜਰਨੈਲ ਤੋਂ ਕਿੰਨਾ ਕੁ ਚਿਰ ਲੜਦਾ ਅਖੀਰ ਭੱਜਿਆ ਆਇਆ ਤੇ ਫੇਰ ਸਿੰਘਾਂ ਨੇ ਉਹਨਾਂ ਉੱਤੇ ਮਗਰੋਂ ਹਮਲਾ ਕੀਤਾ ਤੇ ਰਾਹ ਵਿੱਚ ਲੁੱਟ ਲਏ। 10,000 ਕੋ ਕਰ ਦੀਨਾ, ਸ਼੍ਰੀ ਗੋਬਿੰਦ ਸਿੰਘ ਇਮ ਬਲ ਪੀਨਾ। ਇਉਂ ਗੁਰੂ ਗੋਬਿੰਦ ਸਿੰਘ ਜੀ ਤਾਕਤ ਵੱਧਦੀ ਜਾ ਰਹੀ ਆ। ਰਾਜਾ ਸਾਹਿਬ ਕੁਛ ਕਰੋ, ਭੀਮ ਚੰਦ ਕਹਿੰਦੇ ਆ ਕੁਛ ਕਰੋ ਤੁਸੀਂ। ਉਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਫੌਜਾਂ ਨੂੰ ਮਾਰੀ ਜਾਂਦਾ ਹੈ ਤੇ ਉਹ ਤਕੜਾ ਹੁੰਦਾ ਜਾ ਰਿਹਾ ਹੈ। ਹਮ ਹੋਏ ਦੁਖੀ ਪੁਕਾਰੂ ਆਏ, ਹੱਥੋਂ ਕਹੋ ਦਲ ਪੀਠ ਸਮਦਾਏ। ਔਰ ਅਸੀਂ ਤੁਹਾਡੇ ਚਰਨਾਂ 'ਚ ਪੁਕਾਰੂ ਬਣ ਕੇ ਬੇਨਤੀ ਕਰਨ ਵਾਸਤੇ ਆਏ ਹਾਂ, ਤੁਸੀਂ ਉਹਨਾਂ ਨੂੰ ਮਾਰੋ, ਫੜੋ, ਆਪਣਾ ਦਲ ਭੇਜੋ, ਕੁਛ ਕਰੋ, ਨਹੀਂ ਤਾਂ ਤੁਹਾਡੀ ਦਿੱਲੀ ਦੀ ਤਖਤ ਨੂੰ ਵੀ ਖਤਰਾ ਹੈ। ਭੀਮ ਚੰਦ ਕਰ ਬੰਦ ਕੇ ਬਨਿਓ ਸਕਲ ਅਹਿਵਾਲ। ਇਉਂ ਭੀਮ ਚੰਦ ਰਾਜੇ ਨੇ ਹੱਥ ਬੰਨ੍ਹ ਕੇ ਸਾਰੀ ਆਪਣੀ ਹਾਲਤ ਗੁਰੂ ਸਾਹਿਬ ਦੇ ਬਾਰੇ, ਆਪਣੇ ਬਾਰੇ ਰਾਜੇ ਔਰੰਗਜ਼ੇਬ ਦੇ ਕੋਲ ਦੱਸਣਾ ਕੀਤਾ ਹੈ। ਤੁਮ ਮਾਲਕ ਹਮਰੇ ਸਦਾ ਕਰੋ ਆਪ ਪ੍ਰਤਪਾਲ। ਇਸ ਤਰ੍ਹਾਂ ਗੁਰੂ ਪਿਆਰੋ ਇਹ ਲੋਕ ਜਿਹੜੇ ਹਨ ਨਾ, ਇਹ ਝੁਕਦੇ ਪੱਲੜੇ ਦੇ ਹੋ ਜਾਂਦੇ ਆ। ਜਿੱਧਰ ਤਾਕਤ ਵੇਖਦੇ ਆ ਉਧਰ ਇਹ ਡੱਡੂ ਛਾਲ ਮਾਰ ਕੇ ਚਲੇ ਜਾਂਦੇ ਨੇ। ਹੁਣ ਇਹਨਾਂ ਨੂੰ ਐਂ ਲੱਗਦਾ ਵੀ ਦਿੱਲੀ ਵਾਲਾ ਰਾਜਾ ਔਰੰਗਜ਼ੇਬ ਵੱਡਾ ਹੈ, ਅਸੀਂ ਉਸ ਦੇ ਨਾਲ ਰਲੀਏ ਔਰ ਇਹਨਾਂ ਨੂੰ ਖਤਮ ਕਰ ਦਈਏ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੇਵਲ ਸੰਸਾਰੀ ਰਾਜਾ ਹੈ, ਇਹ 2 ਦੇਸ਼ਾਂ ਦਾ ਮਾਲਕ ਹੈ, ਦੋਹਾਂ ਲੋਕਾਂ ਦਾ, ਦੋਹਾਂ ਜਹਾਨਾਂ ਦਾ ਮਾਲਕ ਹੈ। ਤਾਂ ਇਹ ਕੀ ਕਹਿੰਦਾ ਭੀਮ ਚੰਦ, ਤੁਸੀਂ ਸਾਡੇ ਮਾਲਕ ਹੋ, ਤੁਸੀਂ ਸਾਡੀ ਮਦਦ ਕਰੋ, ਸਾਨੂੰ ਬਚਾਉਣਾ ਕਰੋ, ਸਾਡੀ ਪਾਲਣਾ ਪੋਸ਼ਣਾ ਕਰੋ। ਤਾਂ ਗੁਰੂ ਪਿਆਰਿਓ ਅਸਲ ਦੇ ਵਿੱਚ ਅੱਜ ਦੇ ਨਹੀਂ, ਇਹ ਗੁਰੂ ਸਾਹਿਬਾਂ ਦੇ ਆਉਣ ਤੋਂ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਚਲਾਕੀ ਵਰਤ ਰਹੇ ਨੇ। ਆਪਣਾ ਸਵਾਰਥ ਕੱਢਣ ਵਾਸਤੇ ਕੁਛ ਵੀ ਕਰ ਸਕਦੇ ਆ, ਤਰ੍ਹਾਂ ਤਰ੍ਹਾਂ ਦੇ ਬਹਾਨੇ ਵੀ ਬਣਾ ਸਕਦੇ ਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰ ਸਕਦੇ ਆ, ਤਰ੍ਹਾਂ ਤਰ੍ਹਾਂ ਦੇ ਪਖੰਡ ਵੀ ਚਲਾ ਸਕਦੇ ਆ ਦੁਨੀਆ ਦੇ ਵਿੱਚ। ਜਿਸ ਤਰ੍ਹਾਂ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਂ ਤੋਂ ਪਹਿਲਾਂ ਲੋਕ ਇਹਨਾਂ ਦੇ ਕੋਲੋਂ ਪੱਤਰੀ ਖਿਲਾਇਆ ਕਰਦੇ ਸਨ ਵੀ ਸਾਡੀ ਜੀ ਬੱਚੇ ਦਾ ਵਿਆਹ ਕਰਨਾ, ਕੋਈ ਵਧੀਆ ਦਿਨ ਦੱਸੋ। ਇਹ ਵਧੀਆ ਘਟੀਆ ਦਿਨਾਂ ਦਾ ਚੱਕਰ ਵੀ ਇਹਨਾਂ ਨੇ ਚਲਾਇਆ, ਸਾਰਾ ਕੁਝ ਇਹਨਾਂ ਨੇ ਚਲਾਇਆ। ਤੇ ਇਹਨਾਂ ਨੇ ਗੁਰੂ ਪਿਆਰੋ ਉਹਨਾਂ ਨੂੰ ਚੱਕਰਾਂ ਵਿੱਚ ਪਾ ਕੇ ਜਿਹੜੀ ਵਸਤੂ ਦੀ ਘਰੇ ਲੋੜ ਹੋਣੀ ਬਸ ਉਹਦਾ ਜੀ ਦਾਨ ਕਰੋ, ਤੁਹਾਡੇ ਤੇ ਗ੍ਰਹਿ ਹੈ, ਕਹੋ ਸਤਿਨਾਮ। ਇਹੋ ਜਿਹੇ ਪਖੰਡ ਬਣਾ ਕੇ ਲੋਕਾਂ ਨੂੰ ਲੁੱਟਣ ਦੇ ਚੱਕਰ 'ਚ ਪਏ ਹੋਏ ਨੇ। ਤੇ ਉਹ ਅੱਜ ਦੇ ਨਹੀਂ ਗੇ, ਗੁਰੂ ਸਾਹਿਬਾਂ ਦੇ ਆਉਣ ਤੋਂ ਪਹਿਲਾਂ ਦੀ ਹੀ ਗੱਲ ਹੈ।
ਤਾਂ ਪਾਤਸ਼ਾਹ ਜੀ ਨੇ ਉਸ ਵੇਲੇ ਦੀ ਹਾਲਾਤ ਇਤਿਹਾਸ ਵਿੱਚ ਤਾਂ ਹੈ ਹੀ ਹੈ, ਬਾਣੀ ਵਿੱਚ ਵੀ ਹੈ। ਜਿਸ ਤਰ੍ਹਾਂ ਪਾਤਸ਼ਾਹ ਲਿਖਦੇ ਹਨ, ਪੰਡਤ ਨਾਵੇ ਜੀਆਂ ਘਾਏ। ਪੰਡਤ ਜਿਹੜਾ ਹੈ ਪੱਤਰੀ ਦੇ ਬਹਾਨੇ, ਵੇਦਾਂ ਦੇ ਬਹਾਨੇ ਜੀਵਾਂ ਨੂੰ ਮਾਰਦਾ ਹੈ, ਲੁੱਟਦਾ ਹੈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਤੇ ਜਿਹੜੀ ਸਰਕਾਰ ਹੈ, ਉਦੋਂ ਮੁਗਲਾਂ ਦੀ ਸਰਕਾਰ ਸੀ ਤੇ ਬਾਬੇ ਨਾਨਕ ਨੇ ਉਹ ਸਮਾਂ ਦੇਖਿਆ ਤੇ ਉਹਨਾਂ ਦਾ ਕਾਜੀ ਹੁੰਦਾ ਜੱਜ, ਸਾਡਾ ਜੱਜ ਹੁੰਦਾ, ਉਹਨਾਂ ਦਾ ਕਾਜੀ ਹੁੰਦਾ। ਕਾਜੀ ਫੈਸਲੇ ਕਰਦੇ ਹੈ। ਇੱਕ ਕਾਜੀ ਨੇ ਹੀ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਖੜਾ ਕੇ ਸ਼ਹੀਦ ਕਰਨ ਦਾ ਸਲਾਹ ਦਿੱਤੀ ਸੀ ਵਜੀਦੇ ਨੂੰ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਜਿਹੜੇ ਜੱਜ ਸਨ, ਰਾਜਨੀਤੀ ਸੀ, ਸਰਕਾਰ ਜਿਹੜੀ ਸੀ, ਉਹ ਰਿਸ਼ਵਤ ਲੈ ਕੇ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਬਣਾਉਣ ਲੱਗੇ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਤੀਜਾ ਫਿਰਕਾ ਸੀ ਜੋਗੀਆਂ ਦਾ। ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਗੁਰਬਾਣੀ ਦਾ ਬਚਨ ਹੈ। ਭਾਵ ਉਸ ਵੇਲੇ ਦੀ ਹਾਲਤ ਗੁਰਬਾਣੀ ਵਿੱਚ ਵੀ ਦਰਜ ਹੈ। ਤੇ ਸਮੇਂ ਸਮੇਂ 'ਤੇ ਗੁਰੂ ਪਿਆਰਿਓ ਉਹ ਗੱਲਾਂ ਸੱਤ ਹੁੰਦੀਆਂ ਰਹਿੰਦੀਆਂ। ਗੁਰੂ ਕਿਰਪਾ ਕਰਨ। ਇਸ ਤਰ੍ਹਾਂ ਇਹਨਾਂ ਭੀਮ ਚੰਦ ਵਰਗਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਉਲਟ ਰਾਜੇ ਔਰੰਗਜ਼ੇਬ ਦੇ ਕੋਲ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਅਖੀਰ ਤੇ ਕਹਿੰਦੇ, ਮਹਾਰਾਜ ਤੁਸੀਂ ਕੁਝ ਕਰੋ, ਅਸੀਂ ਬੜੇ ਗਰੀਬ ਹਾਂ, ਅਸੀਂ ਮਾਰੇ ਜਾਵਾਂਗੇ, ਸਾਨੂੰ ਬਚਾਓ। ਤਾਂ ਅੱਗੇ ਔਰੰਗਜ਼ੇਬ ਕੀ ਕਰਦਾ ਹੈ? ਮਾਲਕ ਹਮਰੀ ਸਦਾ ਕਰੋ ਆਪ ਪ੍ਰਤਪਾਲ। ਤੁਸੀਂ ਸਾਡੇ ਮਾਲਕ ਹੋ, ਆਪ ਸਾਡੀ ਪਾਲਣਾ ਪੋਸ਼ਣਾ ਕਰਨ ਵਾਲੇ ਹੋ ਜੁਗਾਂ ਤੋਂ। ਚੌਪਈ ਸ਼੍ਰੀ ਨਾਨਕ ਗਾਦੀਪੁਰ ਪੈਸਾ, ਹੁਕਮ ਚਲਾਵੇ ਸੁਰਪਤ ਜੈਸਾ। ਤਾਂ ਕਹਿਣ ਲੱਗਿਆ, ਹੋਰ ਗੱਲਾਂ ਕਰਦਾ, ਕਹਿੰਦੇ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ, ਹੋਣਾ ਤੈਨੂੰ ਗੁਰੂ ਚਾਹੀਦਾ। ਪਰ ਇਹ ਤਾਂ ਐਂ ਹੁਕਮ ਚਲਾਉਂਦਾ ਹੈ ਜਿਵੇਂ ਦੇਵਤਿਆਂ ਦਾ ਰਾਜਾ ਇੰਦਰ ਹੋਵੇ। ਸੁਰਪਤੀ ਦੇਵਤਿਆਂ ਦਾ ਰਾਜਾ ਇੰਦਰ, ਕਹਿੰਦੇ ਐਦਾਂ ਹੁਕਮ ਚਲਾਉਂਦਾ ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ। ਤਿਸ ਕੇ ਕੀਜੇ ਰਖਵਾਰੀ, ਨੱਤ ਦੇ ਹੋ ਗਿਰ ਦੂਨ ਉਜਾਰੀ। ਹੁਣ ਤੋਂ ਹੀ ਉਸ ਦਾ ਖਿਆਲ ਕਰੋ, ਉਹਦੀ ਰਾਖੀ ਰੱਖੋ, ਉਹਦੀ ਨਿਗਾਹ ਰੱਖੋ, ਨਹੀਂ ਤਾਂ ਉਹਨੇ ਪਹਾੜੀ ਇਲਾਕੇ ਨੂੰ, ਪਹਾੜੀ ਦੂਨਾਂ ਨੂੰ ਉਜਾੜ ਦੇਣਾ। ਰਾਜ ਅਖਾਰਤ ਹਮਰੋ ਕਰਿਓ, ਲੂਟ ਪੂਟ ਬਿਨ ਦੂਤੀ ਨਾ ਧਰਿਓ। ਸਾਡਾ ਤਾਂ ਰਾਜ ਕਰਨਾ ਹੀ ਦੁੱਭਰ ਕਰ ਦਿੱਤਾ ਉਸਨੇ। ਅਸੀਂ ਰਾਜ ਹੀ ਨਹੀਂ ਕਰ ਰਹੇ, ਅਸੀਂ ਤਾਂ ਤੜਫ ਰਹੇ ਹਾਂ। ਉਹ ਲੁੱਟ ਕੁੱਟ ਕੇ ਸਾਡੇ ਇਲਾਕੇ ਨੂੰ ਲੁੱਟ ਲੈਂਦੇ ਆ। ਕਹਿੰਦਾ ਲੜਕੇ ਬਹੁਤ ਕਾਲ ਹਮਾਰੇ, ਹੋਏ ਨਚਾਰ ਸਭੇ ਤੋਂ ਬਦਾਰੇ। ਅਸੀਂ ਕਈ ਲੜਾਈਆਂ ਕੀਤੀਆਂ ਪਰ ਅਸੀਂ ਬਾਰ-ਬਾਰ ਹਾਰ ਗਏ ਹਾਂ। ਹੁਣ ਸਾਥੋਂ ਜੰਗ ਨਹੀਂ ਹੁੰਦਾ, ਹਾਰ ਕੇ ਤੁਹਾਡੇ ਕੋਲ ਆਏ ਆ। ਅਬਲਸ਼ ਕਰ ਜੇ ਪਠੋ ਬਡੇਰਾ, ਤੋਪ ਜਬੂਰੇ ਸਾਜ ਕਨੇਰਾ। ਤੇ ਹੁਣ ਜੇ ਤੁਸੀਂ ਫੌਜ ਭੇਜੋ ਨਾ ਤੇ ਤਕੜੀ ਭੇਜੋ, ਥੋੜੀ ਬਹੁਤੀ ਫੌਜ ਨਾਲ ਨਹੀਂ ਉਹ ਲੋਟ ਆਉਂਦਾਗਾ। ਬਹੁਤ ਸਾਰੀ ਫੌਜ ਔਰ ਤੋਪਾਂ, ਜੰਬੂਰੇ, ਰਹਿਕਲੇ ਆਦਿ ਇਹ ਸਾਰੇ ਸ਼ਾਸਤਰ ਹਨ। ਸਾਜ ਕਨੇਰਾ, ਚੰਗੇ ਸਾਜ, ਚੰਗੇ ਲਸ਼ਕਰ, ਚੰਗੀ ਫੌਜ ਤੇ ਵੱਡੇ ਵੱਡੇ ਸ਼ਸਤਰਾਂ ਦੇ ਨਾਲ ਲੈਸ ਕਰਕੇ ਭੇਜੋ। ਅਲਪ ਅਲਪ ਚਮੋਤੀ ਕਾਜ ਨ ਸਰੈ, ਤਿਸ ਕੋ ਤਰਾਸ ਗੁਰੂ ਨੇ ਧਰੈ। ਥੋੜੀ ਮੋਟੀ ਫੌਜ ਨੂੰ ਤਾਂ ਉਹ ਕੁਛ ਵੀ ਨਹੀਂ ਸਮਝਦਾਗਾ, ਥੋੜੀ ਫੌਜ ਨੂੰ ਤਾਂ ਐਦਾਂ ਹੀ ਝਟਕਾ ਦਿੰਦੇ ਐ। ਤੇ ਗੁਰੂ ਸਾਹਿਬ ਦਾ ਹੁਕਮ ਹੈ, 1.25 ਲੱਖ ਸੇ ਏਕ ਲੜਾਊਂ। ਐਸੇ ਐਸੇ ਸਿੰਘ ਵੀ ਸਤਿਗੁਰਾਂ ਨੇ ਪੈਦਾ ਕੀਤੇ, ਬਖਸ਼ਾਂ ਕੀਤੀਆਂ। ਇਸ ਕਰਕੇ ਇਹ ਕਹਿੰਦੇ ਨੇ ਬਹੁਤ ਸਾਰੀ ਫੌਜ ਭੇਜਿਓ। ਕਹਿ ਦੀਜੇ ਕਿ ਰਨ ਮੇ ਮਾਰੋ, ਤੋ ਆਪਣੋ ਸਭ ਕਾਜ ਸੁਧਾਰੋ। ਤੋ ਰਾਜਾ ਸਾਹਿਬ ਤੁਹਾਡੇ ਵੀ ਕੰਮ ਸਰ ਜਾਣਗੇ ਤੇ ਸਾਡਾ ਵੀ ਲੋਟ ਆ ਜਾਊਗਾ। ਤੁਸੀਂ ਜਾਂ ਤਾਂ ਉਹਨੂੰ ਫੜ ਲਓ ਤੇ ਚਾਹੇ ਜੰਗ ਵਿੱਚ ਮਾਰ ਦਿਓ। ਸੋਨੇ ਨੂੰ ਰੰਗ ਮਨ ਪਿਓ ਹੈਰਾਨਾ, ਜਿਸਨੇ ਏਵ ਕਰਨ ਕੋ ਠਾਨਾ। ਤਾਂ ਔਰੰਗਜ਼ੇਬ ਭੀਮ ਚੰਦ ਕੋਲੋਂ ਸਾਰੀਆਂ ਗੱਲਾਂ ਸੁਣ ਕੇ ਸੋਚਾਂ 'ਚ ਪੈ ਗਿਆ ਜੀ। ਸੋ ਤੋਰਨ ਤੇ ਕਿਮ ਸਦ ਆਵੈ, ਮਾਰਨ ਮਰ ਜਿਸੇ ਮਨ ਭਾਵੈ। ਤੇ ਫੇਰ ਤਾਂ ਵਾਕਿਆ ਥੋੜੀ ਫੌਜ ਤੋਂ ਲੋਟ ਨਹੀਂ ਆਉਂਦਾ। ਜਿਹਨੇ ਮਰਨਾ ਹੀ ਮੰਡ ਲਿਆ, ਜਿਹਨੇ ਮਰਨਾ ਹੀ ਮੰਡ ਲਿਆ, ਉਸ ਨੂੰ ਥੋੜੀ ਫੌਜ ਕਿਵੇਂ ਕਾਬੂ ਕਰ ਸਕਦੀ ਆ। ਐਂਡ ਖਾਨ ਬਾਨਨ ਸੁਕਾਇਓ, ਨਰਕੀ ਖਾਨ ਵਜੀਦ ਬੁਲਾਇਓ। ਜਿਸਨੇ ਪੈਂਡੇ ਖਾਨ ਨੂੰ
ਜਿਹੜਾ ਬੜਾ ਹੁਸ਼ਿਆਰ ਸੀਗਾ, ਜਿਸ ਨੂੰ ਇੱਕ ਤੀਰ ਨਾਲ ਮਾਰ ਦਿੱਤਾ, ਸ਼ਾਇਦ ਉਹੀ ਹੈ ਜਿਹਨੇ ਸਾਰੇ ਸਰੀਰ ਦੇ ਉੱਤੇ ਹੀ ਜਿਹੜਾ ਪਹਿਨੀ ਹੋਈ ਸੀ। ਜਿਹੜਾ ਹੁੰਦੀ ਹੈ ਪੱਕੇ ਲੋਹੇ ਦੀ ਜਾਲੀ, ਜਿਹੜੀ ਤਲਵਾਰ ਨਾਲ ਨਹੀਂ ਕੱਟੀ ਜਾਂਦੀ, ਉਹਨੇ ਸਿਰ ਤੋਂ ਚੜਾ ਕੇ ਲੰਮਾ ਥੱਲੇ ਪੈਰਾਂ ਤੱਕ ਉਹ ਕੋਟ ਪਾਇਆ ਸੀ ਜਿਹੜਾ ਦਾ, ਔਰ ਮੂੰਹ ਵੀ ਸਾਰਾ ਢੱਕਿਆ ਹੋਇਆ ਸੀ, ਗਲਾ ਵੀ ਢੱਕਿਆ ਹੋਇਆ ਸੀਗਾ। ਤੇ ਪੈਂਡੇ ਖਾਨ ਦੇ ਨਾਲ ਜਿਸ ਵੇਲੇ ਜੰਗ ਹੋਇਆ ਤੇ ਪਾਤਸ਼ਾਹ ਕਹਿੰਦੇ ਆ ਜਾ ਬਈ। ਉਹ ਕਹਿਣ ਲੱਗੇ ਆ ਜਾਓ, ਤੀਰਾਂ ਦੇ ਨਾਲ ਜੰਗ ਸ਼ੁਰੂ ਹੋ ਗਿਆ। ਪਾਤਸ਼ਾਹ ਕਹਿੰਦੇ ਮਾਰ ਲਾ, ਪਹਿਲਾਂ ਤੈਨੂੰ ਸਮਾਂ ਦਿੰਦੇ ਆ, ਕਿਤੇ ਮਨ ਵਿੱਚ ਇਹ ਖਿਆਲ ਨਾ ਰਹਿ ਜੇ ਤੇਰੇ ਵੀ ਮੈਨੂੰ ਟਾਈਮ ਨਹੀਂ ਮਿਲਿਆ। ਇਹਨੂੰ ਵੀ ਤੀਰਅੰਦਾਜ਼ੀ ਤੇ ਬੜਾ ਮਾਣ ਸੀ ਆਪਣੀ ਤੇ। ਤਾਂ ਪੈਂਡੇ ਖਾਂ ਬੜਾ ਖੁਸ਼ ਹੋਇਆ ਵੀ ਮੈਨੂੰ ਪਹਿਲਾਂ ਟਾਈਮ ਮਿਲ ਗਿਆ, ਮੈਂ ਮਾਰ ਦੇਣਾ ਤੀਰ। ਇਹਨੇ ਤੀਰ ਚਲਾਇਆ, ਪਾਤਸ਼ਾਹ ਨੇ ਘੋੜਾ ਹਿਲਾਇਆ ਆਪਣਾ ਤੇ ਤੀਰ ਤੋਂ ਪਾਸੇ ਕਰ ਲਿਆ, ਤੀਰ ਟੱਪ ਗਿਆ। ਬੜਾ ਦੁਖੀ ਹੋਇਆ ਕਿ ਮੇਰਾ ਤੀਰ ਤਾਂ ਕਦੇ ਨਿਸ਼ਾਨੇ ਤੋਂ ਖੁੰਝਿਆ ਨਹੀਂ ਗਾ। ਪਾਤਸ਼ਾਹ ਕਹਿੰਦੇ ਇੱਕ ਹੋਰ ਮਾਰ ਲੈ, ਤਸੱਲੀ ਕਰ ਲੈ ਆਪਣੇ ਮਨ ਦੀ ਕਿ ਤੂੰ ਤੀਰ ਚਲਾਉਣ ਜਾਣਦਾ ਕਿ ਨਹੀਂ ਜਾਣਦਾ। ਇਹਨੇ ਦੂਜਾ ਤੀਰ ਚਲਾਇਆ, ਉਹ ਤੀਰ ਵੀ ਇਸ ਤੋਂ ਨਾ ਲੱਗਿਆ। ਪਾਤਸ਼ਾਹ ਨੇ ਇੱਕ ਤੀਰ ਦਾ ਹੋਰ ਹੁਕਮ ਦਿੱਤਾ, ਕਹਿੰਦੇ ਇੱਕ ਹੋਰ ਚਲਾ ਲੈ। ਤੇ ਜਦ ਵह ਬਾਣ ਲਾਗਿਓ ਤਾਂ ਵह ਰੋਜ਼ ਜਾਗਿਓ। ਇਹਨੇ ਤੀਰ ਚਲਾਇਆ ਤੇ ਸਤਿਗੁਰਾਂ ਦੇ ਇੱਥੇ ਚਮੜੇ ਦੀ ਪੇਟੀ ਬੰਨੀ ਹੋਈ ਸੀਗੀ, ਭਾਵ ਕਮਰ ਕਸੇ ਦੇ ਥੱਲੇ। ਉਹ ਚਮੜੇ ਦੀ ਪੇਟੀ 'ਚ ਵੱਜਦਾ ਹੋਇਆ ਥੋੜਾ ਪੇਟ ਤੇ ਜਾ ਕੇ ਲੱਗਿਆ। ਤੇ ਜਦ ਵह ਬਾਣ ਲਾਗਿਓ ਤਾਂ ਵह ਰੋਜ਼ ਜਾਗਿਓ। ਕਹਿੰਦੇ ਹੁਣ ਸਾਡੀ ਵਾਰੀ ਆ, ਸੰਭਲ ਜਾ, ਆਉਂਦਾ ਤੀਰ। ਲਲਕਾਰ ਕੇ ਪਾਤਸ਼ਾਹ ਜੀ ਨੇ ਤੀਰ ਕੱਢਿਆ, ਕਮਾਨ ਤੇ ਚੜਾਇਆ, ਘੋੜੇ ਨੂੰ ਘੁਮਾਇਆ, ਉਹਦੇ ਚਾਰ ਛਪੇਰੇ। ਹੁਣ ਜੰਗ ਦੇ ਮੈਦਾਨ ਤੋਂ ਭੱਜ ਤਾਂ ਸਕਦਾ ਨਹੀਂ ਗਾ, ਉੱਥੇ ਖੜਨਾ ਪਿਆ ਇਸ ਨੂੰ। ਬਚਨ ਦੀ ਤਿਆਰੀ ਕਰਨ ਲੱਗਿਆ। ਪਾਤਸ਼ਾਹ ਵੀ ਘੋੜਾ ਘੁਮਾ ਕੇ ਜੱਜਮੈਂਟ ਕਰਨ ਲੱਗੇ ਵੀ ਕਿੱਥੇ ਤੀਰ ਵੱਜੂਗਾ ਇਸ ਦੇ। ਸਾਰਾ ਸਰੀਰ ਦੇ ਉੱਤੇ ਨੇ ਲੋਹੇ ਦੀ ਜਗ੍ਹਾ ਚੜਾਈ ਹੋਈ ਆ। ਤੇ ਅਖੀਰ ਪਾਤਸ਼ਾਹ ਜੀ ਨੇ ਬੜੀ ਤੇਜ਼ੀ ਫੁਰਤੀ ਦੇ ਨਾਲ, ਇੰਨੀ ਫੁਰਤੀ ਦਾ ਬਾਜ ਕੋਲੇ ਵੀ ਨਹੀਂ ਹੋਣੀ ਜਿੰਨੀ ਪਾਤਸ਼ਾਹ ਕੋਲ ਆ। ਕਹੋ ਸਤਨਾਮ। ਬੜੀ ਫੁਰਤੀ ਦੇ ਨਾਲ ਤੀਰ ਚਲਾਇਆ ਤੇ ਇਹ ਨਹੀਂ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਨਿਸ਼ਾਨਾ ਕਿੱਧਰ ਬੰਨਿਆ। ਨਿਸ਼ਾਨਾ ਕਹੀਂ ਤੇ ਮਾਰਨਾ ਕਹੀਂ। ਕਹੋ ਸਤਨਾਮ। ਅਸਲ ਵਿੱਚ ਜਿਹੜੇ ਲੜਾਈ ਕਰਨ ਵਾਲੇ ਆ ਨਾ, ਉਹ ਦੁਸ਼ਮਣ ਦੀ ਅੱਖ ਦਾ ਖਿਆਲ ਰੱਖਦੇ ਆ ਵੀ ਜਿੱਥੇ ਇਹਦੀ ਨਿਗਾਹ ਹੋਊਗੀ ਉੱਥੇ ਇਹਦਾ ਨਿਸ਼ਾਨਾ ਲਾਊਗਾ। ਇਹ ਹੁੰਦਾ ਵੀ ਇੱਦਾਂ ਹੀ ਆ ਗੱਤਕੇਬਾਜ਼ੀ 'ਚ। ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਦੇਖਣਾ ਪੈਂਦਾ, ਜਿੱਧਰ ਇਹ ਨਿਗਾਹ ਮਾਰਦਾ ਉੱਧਰ ਹੀ ਸ਼ਸਤਰ ਜਾਊਗਾ ਇਹਦਾ। ਉਹਨੇ ਵੀ ਸਤਿਗੁਰ ਦੀ ਅੱਖ 'ਚ ਨਿਗਾਹ ਤਾਂ ਰੱਖੀ ਹੋਣੀ ਹੈ, ਪਰ ਇੰਨੀ ਤੇਜ਼ੀ ਦੇ ਨਾਲ ਪਾਤਸ਼ਾਹ ਨੇ ਤੀਰ ਛੱਡਿਆ ਤੇ ਇਹਨੂੰ ਪਤਾ ਲੱਗਿਆ ਕਿ ਵੱਜੂ ਕਿੱਥੇ। ਤੇ ਤੀਰ ਇਹਦੇ ਇਧਰੋਂ ਕੰਨ 'ਚੋਂ ਵੜਿਆ ਤੇ ਇੱਧਰ ਦੀ ਨਿਕਲ ਗਿਆ। ਕਹੋ ਸਤਨਾਮ। ਕਿਉਂਕਿ ਅਕਸਰ ਇੰਨੀ ਕੁ ਮੋਰੀ ਤਾਂ ਹੁੰਦੀ ਆ ਉਹ ਜਾਲੀ ਦੇ ਕੁੰਡਿਆਂ ਦੇ ਵਿੱਚ, ਉਹਨਾਂ ਕੁੰਡਿਆਂ ਦੇ ਵਿੱਚ ਦੀ ਟੱਪਦਾ ਹੋਇਆ ਕੰਨ ਨੂੰ ਪਾਰ ਕਰਕੇ ਦੂਜੇ ਪਾਸੇ ਜਾ ਨਿਕਲਿਆ ਤੇ ਦਾੜ ਦੇਣੇ ਘੋੜੇ ਤੋਂ ਹੇਠਾਂ ਜਾ ਡਿੱਗੇ। ਤੇ ਔਰੰਗਜ਼ੇਬ ਸੋਚਦਾ ਇਹ ਕਿਵੇਂ ਲੋਟ ਆਊਗਾ ਜਿਹੜਾ ਇੱਕ ਤੀਰ ਦੇ ਨਾਲ ਬੇਡੇ ਜਰਨਾਲ ਪੈਂਡੇ ਖਾਨ ਨੂੰ ਮਾਰ ਸਕਦਾ ਹੈ, ਜਿਹਨੇ ਤੀਰਾਂ ਦੇ ਨਾਲ ਵਜੀਦੇ ਖਾਨ ਨੂੰ ਭਜਾ ਦਿੱਤਾ ਹੈ। ਸੈਦ ਬੈਗ ਅਰ ਸੈਦੇ ਖਾਨ ਬਨੇ ਮਰੀਦ ਪੀਰ ਕੋ ਮਾਨ। ਮੇਰੇ ਪਠਾਨ ਜਰਨੈਲ ਸੈਦ ਬੇਗ ਸੈਦ ਖਾਨ ਵਰਗੇ ਇਹਦੇ ਮੁਰੀਦ ਬਣ ਗਏ। 1.25 ਲੱਖ ਸੈਨਾ ਭਜ ਆਈ, ਆਦਿਕ ਸਮਾਜ ਲੁਟਾਈ ਬਿਹਾਈ। ਸਾਡੀ ਲੱਖਾਂ ਦੀ ਗਿਣਤੀ ਵਿੱਚ ਫੌਜ ਜਿਹੜੀ ਹੈ ਡਰਦੀ ਭੱਜ ਕੇ ਆ ਗਈ ਤੇ ਸਮਾਨ ਵੀ ਆਪਣਾ ਸਿੱਟ ਆਈ। ਆਸਨ ਹੋਏ ਫਤੂਰ ਉਠਾਵੇ, ਦਿੱਲੀ ਲਗ ਲੜ ਤੋਂ ਚਲ ਆਵੇ। ਕਿਤੇ ਐਸਾ ਨਾ ਹੋਵੇ ਜੰਗ ਕਰਦਾ ਕਰਦਾ ਜਿਉਂ ਚੱਲੇ ਪੰਜਾਬੋਂ ਦਿੱਲੀ ਤੱਕ ਪਹੁੰਚ ਜਾਵੇ। ਤੇਰੇ ਮੁਲਕ ਹੈ ਤਿਸ ਅਨੁਸਾਰਾ, ਪਠੇ ਵਕੀਲ ਨਾ ਆਏ ਹਕਾਰਾ। ਔਰ ਮੁਲਕ ਸਾਡੇ ਵੱਲੋਂ ਹਟ ਕੇ ਉਸ ਦੀ ਆਗਿਆ ਅਨੁਸਾਰ ਨਾ ਹੋ ਜਾਵੇ, ਫਿਰੇ ਕਿਤੇ ਲੋਕਾਂ ਦਾ ਦਿਮਾਗ ਨਾ ਘੁੰਮ ਜਾਵੇ, ਕਿਉਂਕਿ ਜਿਹਦਾ ਰਾਜ ਹੁੰਦਾ ਫਿਰ ਜਨਤਾ ਵੀ ਉਹਦੇ ਮੁਤਾਬਕ ਚੱਲਦੀ ਹੈ। ਇਸ ਕਰਕੇ ਸੋਚਦਾ ਕਿਤੇ ਉਹ ਨਾ ਹੋਵੇ ਸਾਰੀ ਦੁਨੀਆ ਉਹਦੇ ਵੱਲ ਹੋ ਜਾਵੇ ਤੇ ਸਾਡਾ ਰਾਜ ਖਤਮ ਹੋ ਜਾਵੇ। 5000 ਨਰ ਨਿਤ ਬਨੈ, ਅਯੁੱਧ ਧਰ ਧਰ ਰਨ ਮਹਿਨੈ। ਜਿਵੇਂ ਭੀਮ ਚੰਦ ਵਰਗੇ ਦੱਸਦੇ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਆ ਕੇ ਉਹਦੇ ਸਿੰਘ ਬਣ ਰਹੇ ਨੇ। ਕਹਿਓ ਕੋਪ ਕਰਕੇ ਜਿਸ ਕਾਲਾ, ਜੋ ਦਿੱਲੀ ਮੇ ਜਮੋ ਮਿਸਾਲਾ। ਔਰ ਉਸੇ ਵੇਲੇ ਨੇ ਗੁੱਸੇ ਵਿੱਚ ਆ ਕੇ ਜੋਸ਼ ਵਿੱਚ ਆ ਕੇ ਕਿਹਾ ਜਿੰਨੀ ਦਿੱਲੀ 'ਚ ਫੌਜ ਬੈਠੀ ਆ ਸੋ ਸਭ ਰਾਜਨ ਕੀ ਸੰਗ
ਸੰਗ ਹੋਏ ਕਰੇ ਆਨੰਦਪੁਰ ਪਰਟੋਏ। ਮੈਂ ਸਾਰੀ ਫੌਜ ਭੇਜ ਦਿੰਨਾ। ਫਿਰ ਜੇ ਐਸੀ ਗੱਲ ਹੈ ਤਾਂ ਫਿਰ ਤਾਂ ਉਹਨੂੰ ਜਲਦੀ ਫੜਨਾ ਚਾਹੀਦਾ। ਰਾਜੇ ਨੂੰ ਵੀ ਖਤਰਾ ਪੈਦਾ ਹੋ ਗਿਆ ਇਹ ਗੱਲਾਂ ਸੁਣ ਕੇ। ਇਹਨਾਂ ਨੇ ਸੁਣਾਈਆਂ ਤਾਈਓ ਸੀ ਵੀ ਫੇਰ ਹੀ ਫੌਜ ਭੇਜੂਗਾ ਇਹ। ਕਹਿੰਦਾ ਗੱਲ ਹੀ ਕੋਈ ਨਹੀਂ, ਜਿੰਨੀ ਫੌਜ ਦਿੱਲੀ ਸਾਡੇ ਕੋਲੇ ਆ ਉਹ ਭੇਜ ਦਿੰਦੇ ਹਾਂ। ਸਰਹੰਦ ਕੋ ਸੂਬਾ ਦਲ ਜੋਰ ਸੌਂਪ ਚੜੀ ਸਤਿਗੁਰ ਕੀ ਔਰ। ਸਰਹੰਦ ਵਾਲੇ ਸੂਬੇਦਾਰ ਨੂੰ ਵੀ ਕਹਿ ਦਿੰਨੇ ਆ, ਉਹ ਵੀ ਫੌਜ ਲੈ ਕੇ ਆ ਜਾਊਗਾ। ਉਤਨਾਪੁਰ ਦਿਸ਼ ਦਲ ਜੈ ਕਹਾ ਜ਼ਬਰਦਸਤ ਲੈ ਕਰ ਸੰਗ ਮਹਾ। ਲਾਹੌਰ ਦੇ ਸੂਬੇਦਾਰ ਜ਼ਬਰਦਸਤ ਨੂੰ ਵੀ ਕਹਿ ਦਿੰਦੇ ਹਾਂ ਵੀ ਫੌਜ ਲੈ ਕੇ ਆਨੰਦਪੁਰ ਨੂੰ ਘੇਰਾ ਪਾਵੇ। ਗੁਰ ਕੀ ਦਿਸ਼ ਸਭ ਕਰੇ ਚੜਾਏ ਅਟਕ ਪ੍ਰਿਅੰਤ ਚਮਮ ਸਮਦਾਏ। ਤੋ ਇਸ ਤਰ੍ਹਾਂ ਅਟਕ ਦਰਿਆ, ਅਟਕ ਤੱਕ ਜਿੰਨੀ ਸਾਡੀ ਫੌਜ ਹੈ ਸਾਰੀ ਫੌਜ ਜਾ ਕੇ ਗੁਰੂ ਨੂੰ ਆਨੰਦਪੁਰ ਜਾ ਕੇ ਘੇਰਾ ਪਾਵੇ ਜੀ। ਜਬ ਅਬ ਰੰਗ ਹਮ ਹੁਕਮ ਬਖਾਨਾ ਲਖੇ ਪੁੱਤਰ ਜੈ ਕੈ ਬਿਦਨਾਨਾ। ਔਰੰਗਜ਼ੇਬ ਨੇ ਹੁਕਮ ਦਿੱਤਾ ਤੇ ਉਸ ਦੇ ਵਜ਼ੀਰਾਂ ਨੇ ਚਿੱਠੀਆਂ ਲਿਖ ਦਿੱਤੀਆਂ ਵਜੀਦੇ ਨੂੰ, ਲਾਹੌਰ ਵਾਲੇ ਜ਼ਬਰਦਸਤ ਖਾਨ ਨੂੰ, ਔਰ ਅਟਕ ਤੱਕ ਜਿੱਥੇ ਜਿੱਥੇ ਉਹਨੇ ਹੁਕਮ ਦਿੱਤਾ ਆਪਣੇ ਸੂਬਿਆਂ ਨੂੰ ਚਿੱਠੀਆਂ ਲਿਖਤੀਆਂ ਵੀ ਸਾਰੀ ਫੌਜ ਆਨੰਦਪੁਰ ਭੇਜੋ। ਭੀਮ ਚੰਦ ਕਰ ਹਰਿਕ ਮਹਾਨਾ ਕਰੋ ਜੋਰ ਕਰ ਕਤ ਸੁਜਾਨਾ। ਭੀਮ ਚੰਦ ਅੰਦਰ ਹੀ ਅੰਦਰ ਬੜਾ ਖੁਸ਼ ਹੈ ਕਿ ਮੇਰੇ ਦਿਲ ਦੀ ਹੋ ਗਈ, ਪਰ ਮਸਕੀ ਆਪਣਾ ਅੰਦਰੋਂ ਗੁਰੂ ਪਿਆਰਿਓ ਮੁਸ਼ਕਲ ਆਉਂਦਾ ਤੇ ਬਾਹਰੋਂ ਨਿਮਾਣਾ ਜਿਹਾ ਬਣ ਕੇ ਹੱਥ ਬੰਨ ਕੇ ਕਹਿੰਦਾ ਜਬ ਗਮਨ ਹੈ ਗੀ ਚਮਕ ਵਿਸਾਲਾ ਹਮ ਤੇ ਦੇਸ਼ ਨਰ ਜੋਰੀ ਜਾਲਾ। ਠੀਕ ਹੈ ਰਾਜਾ ਸਾਹਿਬ, ਜਦੋਂ ਤੁਹਾਡੀਆਂ ਫੌਜਾਂ ਪਹੁੰਚ ਗਈਆਂ ਅਸੀਂ ਵੀ ਸਾਡੇ ਦੇਸ਼ ਦੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਬਾਰ ਸਗਰੇ ਬਲ ਕਰ ਹੈ ਗੁਰੂ ਸ਼ਤਰੂ ਕੋ ਦੇਸ਼ ਨਿਕਰ ਹੈ। ਇੱਕ ਵਾਰੀ ਤਕੜਾ ਜਾ ਇਕੱਠ ਕਰਕੇ ਪੂਰੇ ਜ਼ੋਰ ਦੇ ਨਾਲ ਇੱਕ ਵਾਰੀ ਦੇਸ਼ ਵਿੱਚੋਂ ਕੱਢਾਂਗੇ ਅਸੀਂ ਪਹਾੜੀ ਇਲਾਕੇ ਚੋਂ। ਜੀ ਨਾ ਕਰਤ ਰਾਵ ਰੂਪ ਰਾਲਾ ਹਮਰੇ ਸਾਥ ਲੜਤ ਚਿਰਕਾਲਾ। ਜੇ ਤੁਸੀਂ ਨਾ ਉਪਰਾਲਾ ਕਰੋ ਤਾਂ ਫੇਰ ਤਾਂ ਅਸੀਂ ਜਿੰਨਾ ਮਰਜ਼ੀ ਚਿਰ ਲੜੀ ਜਾਈਏ। ਬਦਤ ਨਿਤਾ ਪ੍ਰਤ ਦਲ ਬੜ ਕਰਤ ਪੁਨਿਕ ਦਿਨ ਤੁਮ ਸਨ ਪੀ ਲੜਤ। ਔਰ ਸਾਨੂੰ ਹਰਾ ਕੇ ਇੱਕ ਦਿਨ ਤੁਹਾਡੇ ਨਾਲ ਵੀ ਆ ਕੇ ਲੜ ਸਕਦਾ ਹੈ। ਇਸੇ ਹਿਤ ਤੇ ਆਪ ਵਿਚਾਰੋ ਆਏ ਅਲਪ ਰਿਪ ਕਹੋ ਕੇ ਮਾਰੋ। ਬਸ ਤੇ ਤੁਹਾਡਾ ਵੀ ਭਲਾ ਹੈ ਰਾਜਾ ਸਾਹਿਬ। ਭੀਮ ਚੰਦ ਕਹਿੰਦਾ ਤੁਹਾਡਾ ਵੀ ਭਲਾ ਹੈ, ਨਹੀਂ ਤਾਂ ਤੁਹਾਡੇ ਕੋਲ ਵੀ ਆ ਕੇ ਲੜਾਈ ਕਰ ਸਕਦਾ ਹੈ। ਤੁਹਾਡਾ ਭਲਾ ਹੈ, ਹਜੇ ਤਾਂ ਸਮਾਂ ਹੈ, ਬਹੁਤਾ ਇਕੱਠ ਨਹੀਂ ਹੋਇਆ ਫੌਜ ਦਾ ਉਹਦੇ ਕੋਲ। ਫੜ ਲਓ ਜਾਂ ਮਾਰ ਦਿਓ, ਹਲੇ ਬੈਰੀ ਛੋਟਾ ਹੈ। ਸੁਨ ਕਰ ਰਿਦੇ ਤਪੇ ਜਵਗਤਾ ਰਾਜਮਾਨ ਤੇ ਬਹੁਮਤ ਮੱਤਾ। ਜਿਹਨੂੰ ਆਪਣੇ ਰਾਜ ਦਾ ਬੜਾ ਹੰਕਾਰ ਸੀਗਾ, ਇਹ ਚਵਗੱਤਾ, ਇਹ ਚੌਰਾ, ਇਹ ਰਾਜਾ ਔਰੰਗਜ਼ੇਬ ਜਿਹੜਾ ਹੈ ਬੜਾ ਨਸ਼ੇ ਦੇ ਵਿੱਚ ਹੈ, ਰਾਜ ਦੇ ਨਸ਼ੇ ਵਿੱਚ ਹੈ। ਐਂਡ ਖਾਨ ਕੋ ਮਰ ਕੋ ਸੁਨਿਓ ਦੇਨ ਬੀਗ ਕਾਇਲ ਤਨ ਪਨਿਓ। ਜਦ ਇਹਨੂੰ ਭੀਮ ਚੰਦ ਵਰਗਿਆਂ ਨੇ ਦੱਸਿਆ ਕਿ ਤੇਰਾ ਪੈਂਡੇ ਖਾਨ ਵੀ ਮਾਰ ਦਿੱਤਾ ਹੈ ਤੇ ਦੀਨਾ ਬੇਗ ਨੂੰ ਘਾਇਲ ਕਰ ਦਿੱਤਾ ਹੈ। ਆਏ ਦੇਸ਼ ਮੈਂ ਦੁੰਦ ਵਿਸਾਲਾ ਲੋਕ ਹਜ਼ਾਰਨ ਕੋ ਕਹਿ ਕਾਲਾ। ਔਰ ਦੇਸ਼ ਦੇ ਵਿੱਚ ਜਿਹੜਾ ਹੈ ਧੂਮ ਮਚਾਈ ਹੋਈ ਹੈ, ਲੜਾਈਆਂ ਉਠਾਈਆਂ ਹੋਈਆਂ ਹੈ, ਹਜ਼ਾਰਾਂ ਨਹੀਂ ਮੌਤ ਦਾ ਅਕਾਲ ਦਾ ਕਾਰਨ ਬਣ ਗਿਆ ਹੈ। ਕੋਪਿਓ ਅਦ ਕੈਸ ਦਬ ਦੀਨਾ ਅਬ ਚੜ ਜਾਓ ਗਿਰੰਦਰ ਪਰਬੀਨਾ। ਔਰ ਗੁੱਸੇ ਚ ਆ ਕੇ ਕਹਿੰਦਾ ਚੰਗਾ ਫਿਰ ਜਾਓ ਤੁਸੀਂ ਰਾਜਿਓ। ਲਸ਼ਕਰ ਬੜੋ ਬਟੋਰਨ ਕਰੋ ਹੈ ਵਿਕਤਾਨ ਗੁਰੂ ਸੰਗ ਡਰੋ। ਤੁਸੀਂ ਵੀ ਫੌਜ ਇਕੱਠੀ ਕਰੋ ਤੇ ਇਕੱਠੇ ਹੋ ਕੇ ਹਮਲਾ ਕਰੋ ਗੁਰੂ ਤੇ। ਸਭ ਪਰਬਤ ਕੇ ਰਾਜੇ ਮਿਲੋ ਕਰ ਕਰ ਬਲ ਕੋ ਰਣ ਰਿਪ ਪਿਲੋ। ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਬਲ ਕਰਕੇ ਤਕੜਾਈ ਕਰਕੇ ਜੰਗ ਕਰੋ। ਸਭ ਦਿੱਲੀ ਤੇ ਫੌਜ ਚੜਾਵੋ ਜੋ ਜੋ ਕਰ ਗੁਰ ਕੋ ਕਹਿ ਲਿਆਓ। ਮੈਂ ਵੀ ਦਿੱਲੀ ਦੀ ਸਾਰੀ ਫੌਜ ਭੇਜ ਦਿੰਨਾ ਔਰ ਗੁਰੂ ਨੂੰ ਫੜ ਲਵਾਂਗੇ। ਇਸ ਪ੍ਰਕਾਰ ਇਹ ਪਤਰ ਪਠਾਏ ਤੂਰਨ ਗਨ ਕਾ ਸਦ ਤਬ ਤਾਏ। ਇਹਨਾਂ ਨੇ ਚਿੱਠੀਆਂ ਲਿਖ ਕਰਕੇ ਸਾਰੇ ਇਲਾਕਿਆਂ ਨੂੰ ਰਾਜੇ ਨੇ ਭੇਜ ਦਿੱਤੀਆਂ। ਕਾਸਦ ਹੁੰਦੇ ਆ ਚਿੱਠੀ ਲਿਜਾਣ ਵਾਲੇ,
ਤੁਰੰਤ ਉਹਨਾਂ ਸੂਬੇਦਾਰਾਂ ਕੋਲ ਜਾਂਦੇ ਐ। ਭੀਮ ਚੰਦ ਬੋਲੇ ਸਿਰ ਬਾਹੋ ਨਿਜ ਸਮੀਪ ਤੇ ਕੀਨ ਬਿਦਾਓ। ਔਰੰਗੇ ਨੇ ਭੀਮ ਚੰਦ ਅਰਗੀ ਰਾਜਿਆਂ ਨੂੰ ਸਰੋਪੇ ਦੇ ਕੇ ਆਪਣੇ ਕੋਲੋਂ ਵਿਦਾ ਕੀਤਾ ਹੈ। ਦਿੱਲੀ ਕੋ ਪ੍ਰਥਮੇ ਚਲੇ ਆਇਓ ਆਨੰਦਤ ਚਿਤ ਡੇਰਾ ਪਾਇਓ। ਤੋ ਬੜਾ ਖੁਸ਼ ਹੋਇਆ ਭੀਮ ਚੰਦ, ਅੰਦਰੇ ਅੰਦਰ ਬੜਾ ਖੁਸ਼ ਹੈ। ਉੱਥੋਂ ਚੱਲ ਕੇ ਵਾਪਸ ਦਿੱਲੀ ਆਉਂਦਾ ਹੈ। ਸੂਬੇ ਸੰਗ ਮਿਲਿਓ ਤਨ ਦੇ ਕੇ ਸ਼ਾਹ ਮਿਲਣ ਬਿਰਤਾਂਤ ਬਤੇ ਕੇ। ਦਿੱਲੀ ਦਾ ਸੂਬੇਦਾਰ ਜਿਸ ਨੂੰ ਉਹ ਡਿਊਟੀ ਲਾ ਕੇ ਗਿਆ, ਆਪ ਉਧਰ ਜੰਗ ਤੇ ਗਿਆ, ਉਹਨੂੰ ਜਾ ਕੇ ਮਿਲਦਾ ਹੈ। ਉਹਨੂੰ ਫਿਰ ਜਾਂਦਾ ਜਾਂਦਾ ਹੋਰ ਬਹੁਤ ਸਾਰੀ ਮਾਇਆ ਵੀ ਦੇ ਕੇ ਜਾਂਦਾ ਰਿਸ਼ਵਤ ਰੂਪ 'ਚ, ਤੇ ਉਹਨੂੰ ਸਾਰੀ ਗੱਲ ਦੱਸ ਕੇ ਵੀ ਜਾਂਦਾ। ਇੱਥੋਂ ਇਹ ਵਾਪਸ ਆਉਂਦੇ ਹੈ। ਔਰੰਗਜ਼ੇਬ ਦੀਆਂ ਚਿੱਠੀਆਂ ਜਦ ਸੂਬੇਦਾਰਾਂ ਕੋਲੇ ਪਹੁੰਚਦੇ ਆ, ਫਿਰ ਉਹ ਕੀ ਕਰਦੇ ਆ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਆ, ਬੋਲਦੇ ਆ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਪੰਚਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ। ਹੇ ਅਪਰੰਪਰ ਹਰਿ ਹਰੇ ਹੋ ਬਨਹਾਰ। ਹੇ ਸੰਤ ਕੈ ਸਦਾ ਸੰਗ ਆਧਾਰ। ਹੇ ਠਾਕੁਰ ਹਉ ਦਾਸ ਰੋਮ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਹੋਏ ਪਰੋਏ। ਆਏ ਪ੍ਰਭ ਸ਼ਰਨਾਗਤੀ ਪਾਨਿਤ ਦਿਆਲ। ਏਕ ਅੱਖਰ ਹਰ ਮਨ ਬਸਤ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।